ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਕਰ ਸਿਪਰ ਸਰ ਬਾਨ ਜੇ ਸਰਬ ਬਿਕਾਰ ਕਰਤੇ ਓਟ ਬਚਾਏ ਕੈ ਕਹੋ ਕਥਾ ਸੁਖ ਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਣ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸਮਾਦ ਜੈਸੇ ਜੀਵਾਂ ਦੇ ਉਧਾਰ ਕਰਤਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੂਖਮ ਮੰਡਲ ਦੇ ਵਰਤਾਰੇ 'ਚ ਵਰਤ ਰਹੇ ਨੇ। ਸਾਡੇ ਸਰੀਰ ਸਥੂਲ ਹਨ। ਅਸਥੂਲ ਸਰੀਰ ਦੀ ਪਕੜ ਕੇਵਲ ਸਥੂਲ ਵਸਤੂਆਂ ਤੱਕ ਹੈ। ਸੂਖਮ ਮੰਡਲ ਦੇ ਵਰਤਾਰੇ 'ਚ ਕਿੰਨਾ ਕੁਝ ਵਰਤ ਰਿਹਾ ਹੈ ਉਹਦੇ ਕੁਝ ਅੰਸ਼ਾਂ ਬਾਰੇ ਅਸੀਂ ਜਾਣਦੇ ਹਾਂ, ਪਰ ਸੰਪੂਰਨ ਰੂਪ ਦੇ ਵਿੱਚ ਉਸ ਦਾ ਬੋਧ ਨਹੀਂ ਹੈ। ਸਾਧਕ ਸਾਧਨਾ ਕਰਕੇ ਜਦੋਂ ਆਪਣੀ ਸੁਰਤ ਨੂੰ ਇਤਨਾ ਸੂਖਸ਼ਮ ਕਰ ਲੈਂਦਾ ਹੈ ਤਾਂ ਸੂਖਸ਼ਮ ਕਰਨ ਤੋਂ ਬਾਅਦ ਅੱਖਾਂ ਤੋਂ ਬਿਨਾਂ ਵੇਖਣ ਦੀ ਤਾਕਤ ਉਹਦੇ ਅੰਦਰ ਸਮਰੱਥਾ ਪੈਦਾ ਹੋ ਜਾਂਦੀ। ਪੈਰਾਂ ਬਿਨਾਂ ਚੱਲਣ ਦੀ, ਕੰਨਾਂ ਬਿਨਾਂ ਸੁਣਨ ਦੀ, ਇਹ ਉਹ ਸੂਖਮ ਖੇਡ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਥੂਲ ਤੇ ਸੂਖਮ ਸਾਰਾ ਪਸਾਰਾ ਪੈਦਾ ਕੀਤਾ। ਇਹ ਸਥੂਲ ਮੰਡਲ ਵੀ ਗੁਰੂ ਨਾਨਕ ਸਾਹਿਬ ਦਾ ਸਿਰਜਿਆ ਹੋਇਆ,
ਸੂਖਮ ਮੰਡਲ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿਰਜਿਆ ਹੋਇਆ। ਕਰੋੜਾਂ ਬ੍ਰਹਮੰਡਾਂ ਦੇ ਠਾਕੁਰ ਨੇ ਗੁਰੂ ਨਾਨਕ ਸਾਹਿਬ। ਸਾਡੀ ਜਿੱਥੇ ਤੱਕ ਗਮਤਾ ਨਹੀਂ ਹੈ, ਸੁਰਤ ਵੀ ਜਿੱਥੇ ਤੱਕ ਨਹੀਂ ਜਾ ਸਕਦੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਤੱਕ ਵੀ ਗਏ ਨੇ। ਸੂਖਮ ਮੰਡਲ ਦੇ ਵਰਤਾਰੇ ਵਿੱਚ ਅੱਜ ਵੀ ਮਹਾਰਾਜ ਭਗਤ ਧਰੂ ਜੀ, ਭਗਤ ਪ੍ਰਹਿਲਾਦ ਜੀ ਜੈਸੇ ਮਹਾਂਪੁਰਸ਼ ਹਾਜ਼ਰ ਨੇ। ਜੁਗਾਂ ਪਹਿਲਾਂ ਗੋਰਖਨਾਥ, ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਵੀ ਸੈਂਕੜੇ ਸਾਲ ਪਹਿਲੋਂ ਹੋਇਆ, ਉਹ ਗੁਰੂ ਨਾਨਕ ਸਾਹਿਬ ਨੂੰ ਮਿਲਦਾ ਹੈ। ਉਹਦੇ ਨਾਲ ਦੇ 84 ਸਿੱਧ ਸਤਿਗੁਰਾਂ ਨਾਲ ਗੋਸ਼ਟੀ ਕਰਦੇ ਹੈ, ਕਿਉਂਕਿ ਸੂਖਮ ਮੰਡਲ ਦੇ ਵਰਤਾਰੇ ਵਿੱਚ ਉਹ ਅੱਜ ਵੀ ਵਰਤ ਰਹੇ ਨੇ। ਸਾਡੀ ਉਹਨਾਂ ਤੱਕ ਗੰਮਿਅਤਾ ਨਹੀਂ, ਇਸ ਕਰਕੇ ਅਸੀਂ ਸ਼ੰਕਾਗ੍ਰਸਤ ਹੋ ਜਾਂਦੇ ਹਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸੂਖਮ ਮੰਡਲ ਦੇ ਵਿੱਚ ਵਰਤਦਿਆਂ ਭਗਤ ਪ੍ਰਹਿਲਾਦ ਜੀ ਪਾਸ ਪਹੁੰਚੇ ਨੇ। ਭਗਤ ਪ੍ਰਹਿਲਾਦ ਜੀ ਨਾਲ ਵਾਰਤਾ ਹੋਈ ਹੈ, ਉੱਥੋਂ ਚੱਲੇ ਹਨ। ਰਸਤੇ ਵਿੱਚ ਭਾਈ ਬਾਲਾ ਮਰਦਾਨਾ ਜੀ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਇਹ ਜਿਹੜੇ ਦਾਨਵ ਪੈਦਾ ਹੋਏ ਨੇ, ਰਾਖਸ਼, ਹਰਨਾਕਸ਼ ਤੇ ਉਹਦਾ ਭਰਾ ਹਿਰਨਿਆ ਕਸ਼ਪ, ਇਹ ਕਿਵੇਂ ਪੈਦਾ ਹੋਏ? ਇਹਨਾਂ ਦਾਨਵਾਂ ਦੀ ਉਤਪਤੀ ਕਿਵੇਂ ਹੋਈ? ਕੋਈ ਕਾਰਨ ਤਾਂ ਹੋਇਆ ਹੋਵੇਗਾ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਪੁਰਾਣਕ ਮਤ ਹੈ, ਹਿੰਦੁਸਤਾਨ ਦੇ ਵਿੱਚ ਇੱਕ ਪੁਰਾਣਕ ਮਤ ਚੱਲਦਾ ਹੈ, ਪੁਰਾਣਾਂ ਦੇ ਆਧਾਰ ਦੇ ਉੱਤੇ ਬਹੁਤ ਕੁਝ ਲਿਖਿਆ ਗਿਆ ਹੈ। ਉਸ ਪੁਰਾਣਕ ਮਤ ਦੇ ਵਿੱਚ ਪੁਰਾਣਾਂ ਵਿੱਚ ਕੀ ਕਿਹਾ ਗਿਆ ਵੀ ਇਹ ਦਾਨਵ ਕਿਵੇਂ ਪੈਦਾ ਹੋਏ ਨੇ, ਉਹ ਕਥਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪੁਰਾਣਾਂ ਦੇ ਅਨੁਸਾਰ ਦੱਸ ਰਹੇ ਨੇ। ਜ਼ਰੂਰੀ ਨਹੀਂ ਕਿ ਆਪਣੀ ਸਹਿਮਤੀ ਜਾਂ ਅਸਹਿਮਤੀ ਇਹਦੇ ਨਾਲ ਪ੍ਰਗਟ ਕਰਨੀ ਹੈ। ਹਾਂ, ਪੁਰਾਣਾਂ ਵਿੱਚ ਕੀ ਲਿਖਿਆ ਉਹ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਵੀ ਵਿਸਥਾਰ ਕਰਕੇ ਸਾਨੂੰ ਆਪਣੀ ਬਾਣੀ ਵਿੱਚ ਦਸਮ ਗ੍ਰੰਥ ਸਾਹਿਬ ਵਿੱਚ ਦੱਸਿਆ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਆਉਂਦੇ ਹਨ ਜਿਨ੍ਹਾਂ ਦਾ ਜ਼ਿਕਰ ਪੁਰਾਣਾਂ ਵਿੱਚ ਆਉਂਦਾ ਹੈ। ਪੁਰਾਣਾਂ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ, ਜਿਵੇਂ ਮਾਰਕੰਡੇ ਰਿਸ਼ੀ ਦਾ ਜ਼ਿਕਰ ਆਇਆ ਹੈ ਗੁਰਬਾਣੀ ਵਿੱਚ, ਉਹਦਾ ਜ਼ਿਕਰ ਵੀ ਪੁਰਾਣਾਂ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਭਗਤ ਤਰਲੋਚਨ ਜੀ ਦਾ ਇਹ ਸ਼ਬਦ ਆਪਾਂ ਪੜ੍ਹਦੇ ਸੁਣਦੇ ਹਾਂ, ਸ਼ੰਕਰਾ ਮਸਤਕ ਬਸਤਾ ਲਹੈ ਨਾ ਪਾਰਰੀ। ਇਹ ਸਾਰੀਆਂ ਪੁਰਾਣਕ ਕਥਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਉਦਾਹਰਣ ਵਜੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਪੁਰਾਣਕ ਮਤ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਓ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਕਰ ਸਿਪਰ ਸਰ, ਬਾਨ ਜੇ ਸਰਬ ਬਿਕਾਰ। ਨਵਾਂ ਅਧਿਆਇ ਪ੍ਰਾਰੰਭ ਹੋ ਰਿਹਾ ਹੈ, ਇਸ ਕਰਕੇ ਮਹਾਂਕਵੀ ਜੀ ਮੰਗਲਾ ਚਰਨ ਕਰਦੇ ਹਨ। ਸ੍ਰੀ ਗੁਰ ਪਗ ਕਰ ਸਿਪਰ ਸਰ, ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਹਨ ਉਹਨਾਂ ਨੂੰ ਮੈਂ ਸਿਪਰ ਕਹਿੰਦੇ ਨੇ, ਢਾਲ ਬਣਾਉਂਦਾ ਹਾਂ। ਗੁਰੂ ਨਾਨਕ ਸਾਹਿਬ ਦੇ ਚਰਨ ਮੇਰੇ ਵਾਸਤੇ ਢਾਲ ਵਾਂਗੂ ਨੇ। ਔਰ ਬਾਨ ਜੇ ਸਰਬ ਵਿਕਾਰ, ਜਿੰਨੇ ਵਿਕਾਰ ਨੇ, ਚਾਹੇ ਉਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਈਰਖਾ ਹੈ, ਬਖੀਲੀ ਹੈ, ਦਵੈਸ਼ ਹੈ, ਨਿੰਦਾ ਹੈ, ਚੁਗਲੀ ਹੈ, ਇਹ ਜਿਤਨੇ ਵੀ ਵਿਕਾਰ ਨੇ ਇਹ ਤੀਰਾਂ ਦੇ ਸਮਾਨ ਹਨ। ਗੁਰੂ ਨਾਨਕ ਸਾਹਿਬ ਦੇ ਚਰਨ ਮੇਰੇ ਲਈ ਢਾਲ ਵਾਂਗੂ ਨੇ, ਔਰ ਇਹ ਜਿੰਨੇ ਵਿਕਾਰ ਨੇ ਇਹ ਤੀਰਾਂ ਦੇ ਸਮਾਨ ਹਨ। ਕਰਤੇ ਓਟ ਬਚਾਏ ਕੈ, ਕਹੋ ਕਥਾ ਸੁਖ ਸਾਰ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਢਾਲ ਮੂਹਰੇ ਕਰਕੇ ਮੈਂ ਇਹਨਾਂ ਵਿਕਾਰਾਂ ਦੇ ਤੀਰਾਂ ਤੋਂ ਆਪਣਾ ਆਪ ਬਚਾ ਕੇ, ਕਿਉਂਕਿ ਤੀਰ ਤੋਂ ਬਚਣ ਵਾਸਤੇ ਅੱਗੇ ਢਾਲ ਕਰ ਦਈਏ ਤੀਰ ਨਿਸ਼ਫਲ ਹੋ ਜਾਂਦਾ। ਜਦੋਂ ਕਿਸੇ ਵਿਕਾਰ ਦਾ ਤੀਰ ਮੇਰੇ ਵੱਲ ਚੱਲ ਕੇ ਆਵੇ ਤਾਂ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਢਾਲ ਮੂਹਰੇ ਕਰਕੇ
ਫਿਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਅੰਮ੍ਰਿਤਮਈ ਕਥਾ ਹੈ, ਇਹ ਕਥਾ ਕਹਿੰਦਾ ਹਾਂ, ਇਹ ਕਥਾ ਸੁਣਾਉਂਦਾ ਹਾਂ। ਸ੍ਰੀ ਬਾਲਾ ਸੰਧੂਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਰਸਾਲਾ। ਇਹ ਗੁਰੂ ਅੰਗਦ ਦੇਵ ਸਾਹਿਬ, ਆਪ ਜੀ ਇਹ ਰਸ ਭਰੀ ਕਥਾ ਸਰਵਣ ਕਰੋ। ਇਹ ਗੁਰੂ ਸਾਹਿਬ ਜੀ ਦੀ ਕਥਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ। ਆਪ ਜੀ ਧਿਆਨ ਨਾਲ ਸਰਵਣ ਕਰੋ। ਅਗਰਜ ਗਮਨੇ ਦੀਨ ਦਇਆਲਾ। ਸਤਿਗੁਰੂ ਜੀ ਦੀ ਇਹ ਕਥਾ ਹੈ ਭਾਈ, ਰਸ ਭਰੀ ਕਥਾ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਹ ਕਥਾ ਭਾਈ ਬਾਲਾ ਜੀ ਸੁਣਾਉਂਦੇ ਹਨ। ਕਹਿੰਦੇ ਇਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੇ ਨਾਲ ਮਿਲ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ, ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਅੱਗੇ ਚੱਲੇ। ਤਬ ਮਰਦਾਨੇ ਬਚਨ ਉਚਾਰਾ। ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਪੁੱਛਦੇ ਹਨ, ਧਰਿਓ ਪ੍ਰਭੂ ਸ਼ੂਕਰ ਅਵਤਾਰਾ। ਮਹਾਰਾਜ ਜੀ ਪੁਰਾਣਕ ਮਤ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਪਰਮੇਸ਼ਰ ਨੇ, ਭਗਵਾਨ ਵਿਸ਼ਨੂੰ ਨੇ ਬਰਾ ਅਵਤਾਰ ਧਾਰਨ ਕੀਤਾ ਹੈ। ਹਿਰਨਾਛਸ ਦਾਨਵ ਹਨ ਕੈਸੇ। ਔਰ ਉਹਨੇ ਹਿਰਨਾ ਕਸ਼ਪ ਨਾਮ ਦਾ ਜਿਹੜਾ ਦਾਨਵ ਸੀ, ਹਰਨਾਕਸ਼ ਦਾ ਭਰਾ, ਉਹਨੂੰ ਮਾਰਿਆ ਸੀ ਬਰਾ ਅਵਤਾਰ ਧਾਰਨ ਕਰਕੇ। ਧਰਨੀ ਆਨੀ ਭਨੀਏ ਤੈਸੇ। ਤੇ ਧਰਤੀ ਉਹਨੂੰ ਧੱਸ ਕੇ ਪੈਰਾਂ ਦੇ ਨਾਲ ਲਤਾੜ ਕੇ ਥੱਲੇ ਲੈ ਗਿਆ ਸੀ ਹਿਰਨਾ ਕਸ਼ਪ। ਇਹ ਪੁਰਾਣਕ ਮਤ ਹੈ ਕਿ ਜਿਹੜਾ ਹਰਨਾਕਸ਼ ਦਾ ਭਰਾ ਆ ਹਿਰਨਾ ਕਸ਼ਪ, ਉਹ ਆਪਣੇ ਪੈਰਾਂ ਦੇ ਵਜਨ ਨਾਲ ਜ਼ਮੀਨ ਨੂੰ ਥੱਲੇ ਲੈ ਗਿਆ ਸੀ ਤੇ ਭਗਵਾਨ ਵਿਸ਼ਨੂੰ ਨੇ ਬਰਾ ਅਵਤਾਰ ਧਾਰਨ ਕਰਕੇ ਹੁੱਡ ਦੇ ਨਾਲ ਧਰਤੀ ਚੁੱਕ ਕੇ ਉੱਪਰ ਲਿਆਂਦੀ ਸੀ। ਇਹ ਜਿਹੜਾ ਪੁਰਾਣਕ ਮਤ ਦੱਸਿਆ ਜਾਂਦਾ ਹੈ। ਇਨ ਦੈਤਨ ਕੋ ਜਨਮ ਜੁ ਕਰੂਰਾ। ਮਹਾਰਾਜ ਜੀ ਆ ਜਿਹੜੇ ਦਾਨਵ ਨੇ, ਦੈਂਤ ਨੇ, ਇਹਨਾਂ ਦੇ ਜਿਹੜੇ ਕਰੂਰ ਜਨਮ ਹਨ। ਕਰੂਰ ਦਾ ਮਤਲਬ ਹੁੰਦਾ ਵੀ ਭਿਆਨਕ ਜਨਮ। ਇਹ ਜਿਹੜੇ ਭਿਆਨਕ ਜਨਮ ਹਨ ਇਹਨਾਂ ਦੇ, ਸੋ ਕਹੀਏ ਸ੍ਰੀ ਗੁਰ ਗੁਣ ਪੂਰਾ। ਇਹਨਾਂ ਬਾਰੇ ਕੀ ਲਿਖਿਆ ਪੁਰਾਣਾ ਵਿੱਚ? ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਇਹਨਾਂ ਦਾਨਵਾਂ ਦਾ ਜਨਮ ਕਿਵੇਂ ਹੋਇਆ। ਸੁਣ ਕਰ ਕਹਿਣ ਲੱਗੇ ਗੁਣ ਖਾਨੀ। ਗੁਣਾਂ ਦੀ ਖਾਨ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਜੋ ਸੁਣ ਅਹੈ ਪੁਰਾਨ ਕਹਾਣੀ। ਮਹਾਰਾਜ ਜੀ ਕਹਿੰਦੇ ਹਿਰਣਾ ਕਸ਼ਪ ਤੇ ਹਰਨਾਕਸ਼, ਇਹਨਾਂ ਬਾਰੇ ਜਿਹੜੀ ਕਥਾ ਲਿਖੀ ਹੈ ਪੁਰਾਣਾ ਵਿੱਚ ਕਿ ਇਹਨਾਂ ਰਾਖਸ਼ਾਂ ਦਾ ਜਨਮ ਕਿਵੇਂ ਹੋਇਆ, ਪੁਰਾਣਾ ਦੇ ਵਿੱਚ ਜੋ ਲਿਖਿਆ ਹੈ ਉਹ ਕਹਾਣੀ, ਪੁਰਾਣਾ ਦੀ ਕਹਾਣੀ ਅਸੀਂ ਤੁਹਾਨੂੰ ਸਰਵਣ ਕਰਾਉਂਦੇ ਹਾਂ। ਏਕ ਸਮੈ ਕਸ਼ਯਪ ਜਗ ਕਰਕੇ। ਇੱਕ ਰਿਸ਼ੀ ਸੀ ਜਿਸ ਦਾ ਨਾਮ ਸੀ ਕਸ਼ਯਪ ਰਿਸ਼ੀ। ਕਸ਼ਯਪ ਰਿਸ਼ੀ ਯੱਗ ਕਰਕੇ ਬੈਠਿਓ ਸਦਨ ਹਰਖ ਔਰ ਧਰ ਕੇ। ਆਪਣੇ ਘਰ ਦੇ ਵਿੱਚ ਬੈਠਾ ਸੀ, ਬੜੀ ਖੁਸ਼ੀ ਨਾਲ, ਬੜੇ ਖੇੜੇ ਦੇ ਨਾਲ ਬੈਠਾ ਹੋਇਆ ਸੀ। ਸੰਧਿਆ ਕਾਲ ਸੁਤਾ ਦਖ ਕੇਰੀ। ਇੱਕ ਦਖ ਪ੍ਰਜਾਪਤੀ ਰਾਜਾ ਹੋਇਆ। ਉਹਦੀ ਲੜਕੀ ਸੀ ਦਿਤੀ, ਜਿਹੜੀ ਕਸ਼ਯਪ ਰਿਸ਼ੀ ਨੂੰ ਵਿਆਹੀ ਹੋਈ ਸੀ। ਦਿਤੀ ਤੇ ਅਦਿਤੀ, ਬਨਤਾ ਕਦਰੂ ਦਿਤ ਅਦਿਤ, ਇਹ ਰਿਖਰ ਬਰੀ ਬਣਾਏ। ਨਾਗ, ਨਾਗਰਿਪ, ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਤੋਂ ਚਾਰ ਇਸਤਰੀਆਂ ਨੇ ਵਿਆਹੀਆਂ ਸੀ ਕਸ਼ਯਪ ਰਿਸ਼ੀ ਨੇ। ਇੱਕ ਬਨਤਾ, ਦੂਜੀ ਕਦਰੂ, ਤੀਜੀ ਦਿਤੀ ਤੇ ਚੌਥੀ ਸੀ ਅਦਿਤੀ। ਕਲਗੀਧਰ ਜੀ ਨੇ ਦਸਮ ਗ੍ਰੰਥ ਵਿੱਚ ਇਹਦਾ ਜ਼ਿਕਰ ਕੀਤਾ। ਬਨਤਾ ਕਦਰੂ ਦਿਤ ਅਦਿਤ, ਇਹ ਰਿਖ ਬਰੀ ਬਣਾਏ। ਨਾਗ, ਨਾਗਰਿਪ, ਦੇਵ ਸਭ ਦੈਂਤ ਲਈਏ ਉਪਜਾਏ। ਇੱਕ ਤੋਂ ਨਾਗ ਪੈਦਾ ਹੋਏ, ਇੱਕ ਤੋਂ ਨਰ ਮਨੁੱਖ ਪੈਦਾ ਹੋਏ, ਇੱਕ ਤੋਂ ਦੇਵਤੇ ਪੈਦਾ ਹੋਏ ਤੇ ਇੱਕ ਤੋਂ ਦਾਨਵ ਪੈਦਾ ਹੋਏ। ਏਦਾਂ ਇਹ ਪੁਰਾਣਕ ਮਤ ਹੈ। ਪੁਰਾਣਾ ਦੇ ਵਿੱਚ ਇਦਾਂ ਦਾ ਜ਼ਿਕਰ ਆਉਂਦਾ ਹੈ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ ਕਿ ਕਸ਼ਯਪ ਰਿਸ਼ੀ ਇੱਕ ਵਾਰੀ ਯੱਗ ਕਰਕੇ ਆਪਣੇ ਘਰ ਵਿੱਚ ਬੈਠਾ ਸੀ। ਦਖ ਪ੍ਰਜਾਪਤੀ ਦੀ ਲੜਕੀ ਸੀ ਜਿਹਦਾ ਨਾਮ ਸੀ ਦਿਤੀ। ਦਿਤੀ ਨਾਮ ਤ੍ਰਿਟ ਕਾਮ ਕਨੇਰੀ। ਇਹ ਦਾਨਵਾਂ ਦੀ ਮਾਤਾ ਹੋਈ। ਇਹਦੀ ਕੁੱਖ ਤੋਂ ਰਾਖਸ਼ ਪੈਦਾ ਹੋਏ ਸਨ। ਕਿਵੇਂ ਪੈਦਾ ਹੋਏ, ਕਿਉਂ ਪੈਦਾ ਹੋਏ, ਪੁਰਾਣਾ ਵਿੱਚ ਜੋ ਜ਼ਿਕਰ ਆ ਰਿਹਾ ਉਹ ਸਤਿਗੁਰੂ ਜੀ ਦੱਸ ਰਹੇ ਨੇ
ਕਹਿੰਦੇ ਕਾਮਾਤੁਰ ਹੋ ਕੇ ਆਪਣੇ ਪਤੀ ਦੇ ਪਾਸ ਆਈ। ਜਾਏ ਸਮੀਪ ਕਹੇ ਅਸ ਬੈਨਾ। ਆਪਣੇ ਪਤੀ ਕਸ਼ਯਪ ਰਿਸ਼ੀ ਨੂੰ ਆ ਕੇ ਕਹਿਣ ਲੱਗੀ, ਤਨ ਮਨ ਮੋਰ ਕੰਪਾਵਾ ਮੈਨਾ। ਕਹਿਣ ਲੱਗੀ, ਹੇ ਪਤੀ ਦੇਵ, ਮੇਰੇ ਤਨ ਔਰ ਮਨ ਦੇ ਵਿੱਚ ਕਾਮ ਦੀ ਪ੍ਰਬਲ ਵਾਸ਼ਨਾ ਹੈ। ਜਿਉ ਕਦਲੀ ਦਲ ਤੁਰਦ ਹਿਲਾਵੇ। ਇਹਦੇ ਨਾਲ ਮੇਰਾ ਮਨ ਵਿਚਲਿਤ ਹੈ, ਜਿਵੇਂ ਹਵਾ ਨਾਲ ਕੇਲੇ ਦਾ ਦਰਖਤ ਜਿਹੜਾ ਹੈ ਉਹ ਹਿੱਲਦਾ ਹੈ, ਏਦਾਂ ਇਸ ਵਾਸ਼ਨਾ ਸਹਿਤ ਮਨ ਕੰਪਾਇਮਾਨ ਹੈ। ਦੀਨ ਜਾਨ ਤਿਉ ਮੁਝ ਸੰਤਾਵੈ। ਮੈਂ ਦੀਨ ਹਾਂ, ਗਰੀਬਣੀ ਹਾਂ, ਇਸ ਵਿਕਾਰ ਕਰਕੇ ਦੁਖੀ ਹਾਂ। ਸੋਤ ਸਮਰਿੱਧਵਾਨ ਸਭ ਜੋਈ। ਮੇਰੀ ਜਿਹੜੀ ਸੌਤ ਹੈ, ਕਿਉਂਕਿ ਇਹਦੀ ਜਿਹੜੀ ਸੌਕਣ ਸੀ ਜਿਹਦਾ ਨਾਮ ਅਦਿਤੀ ਸੀ, ਕਹਿੰਦੀ ਵੀ ਉਹਦੀ ਕੁੱਖ ਦੇ ਉੱਤੋਂ ਦੇਵਤੇ ਪੈਦਾ ਹੋਏ ਨੇ, ਉਹਦੇ ਘਰ ਵਿੱਚ ਸਭ ਕੁਝ ਹੈ, ਉਹਦੇ ਘਰ 'ਚ ਸੰਤਾਨ ਹੈ, ਉਹਦੇ ਕੋਲ ਸਾਰੀਆਂ ਸਿਮਰਤੀਆਂ ਹਨ। ਤਿਲ ਪਿਖ ਦਾ ਹਿਰਦੇ ਮਮ ਹੋਈ। ਉਹਨਾਂ ਨੂੰ ਵੇਖ ਕੇ ਮੇਰਾ ਹਿਰਦਾ ਸੜਦਾ ਹੈ, ਗ੍ਰਸਤ ਹੁੰਦਾ ਕਿ ਉਹ ਸੌਤ ਦੇ ਕੋਲ ਸਾਰਾ ਕੁਝ ਹੈ, ਉਹਦੇ ਕੋਲ ਪੁੱਤਰ ਵੀ ਨੇ, ਉਹਦੇ ਕੋਲ ਸਾਰੀ ਸਿਮਰਤੀ ਵੀ ਹੈ, ਮੇਰੇ ਕੋਲ ਕੁਝ ਵੀ ਨਹੀਂ। ਤੁਮ ਕਿਰਪਾਲ ਸਭ ਭਾਂਤ ਪ੍ਰਬੀਨੋ। ਇਹ ਪਤੀ ਦੇਵ, ਤੂੰ ਕਸ਼ਯਪ ਰਿਸ਼ੀ ਹੈ ਤੇ ਰਿਸ਼ੀ ਦੇ ਮਨ ਵਿੱਚ ਕਿਰਪਾ ਹੁੰਦੀ ਹੈ। ਤੂੰ ਰਿਸ਼ੀ ਹੈ, ਤੇਰਾ ਮਨ ਕਿਰਪਾ ਵਾਲਾ ਹੈ। ਇੱਕ ਸਮਾਨ ਅੰਗਨਾ ਸਭ ਚੀਲੋ। ਤੈਨੂੰ ਚਾਹੀਦਾ ਹੈ ਕਿ ਤੈਨੂੰ ਆਪਣੀਆਂ ਸਾਰੀਆਂ ਇਸਤਰੀਆਂ ਇੱਕ ਸਮਾਨ ਕਰਕੇ ਵੇਖਣੀਆਂ ਚਾਹੀਦੀਆਂ ਨੇ। ਜਿਵੇਂ ਤੂੰ ਅਦਿਤੀ ਨੂੰ ਜਾਂ ਬਨਤਾ ਤੇ ਕਦਰੂ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੈ, ਉਸੇ ਤਰ੍ਹਾਂ ਮੈਨੂੰ ਵੀ ਤੈਨੂੰ ਇੱਕੋ ਸਮਾਨ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ। ਤਨ ਪੈ ਵਿਆਪਿਓ ਅਧਿਕ ਅਨੰਗਾ। ਮੇਰੇ ਮਨ ਵਿੱਚ ਵੀ ਇੱਛਾ ਹੈ ਕਿ ਮੇਰੀ ਕੁੱਖ ਤੋਂ ਸੰਤਾਨ ਹੋਵੇ। ਇਸ ਵਕਤ ਮੈਂ ਕਾਮਾਤੁਰ ਹਾਂ। ਆਪਿਓ ਮੰਗ ਕੀ ਜੈ ਮਮ ਸੰਗਾ। ਔਰ ਮੇਰੀ ਇੱਛਾ ਹੈ ਕਿ ਮੇਰੇ ਨਾਲ ਸੰਬੰਧ ਜੋੜੋ। ਕਾਮ ਸੰਗ ਮੈਂ ਪੀੜਤ ਭਾਰੀ। ਕਾਮ ਦੀ ਵਾਸ਼ਨਾ ਕਰਕੇ ਮੈਂ ਪੀੜਤ ਹਾਂ। ਅਬ ਮੈਥਨ ਕਰ ਦੇਹੋ ਨਿਵਾਰੀ। ਔਰ ਇਹਦੀ ਨਿਰਵਿਰਤੀ ਕਰਨਾ ਤੁਹਾਡਾ ਫਰਜ਼ ਹੈ। ਆਤੁਰ ਹਵੈ ਸ਼ਰਣਾਗਤ ਆਵੈ। ਮੈਂ ਦੁਖੀ ਹੋ ਕੇ ਤੁਹਾਡੀ ਸ਼ਰਨ ਚ ਆਈ ਹਾਂ। ਸੁਣਿਆ ਕਿ ਕਿਸੇ ਰਿਸ਼ੀ ਮੁਨੀ ਤਪਸਵੀ ਦੀ ਸ਼ਰਨ ਵਿੱਚ ਕੋਈ ਆਤੁਰ ਹੋ ਕੇ ਆਉਂਦਾ ਹੈ। ਜੋ ਕਿਰਪਾਲ ਨਹਿ ਮੋਗ ਪਠਾਵੈ। ਉਸ ਵਕਤ ਰਿਸ਼ੀ ਮੁਨੀ ਉਹਦੇ ਤੇ ਤਰਸ ਕਰਦੇ ਹਨ, ਉਹਨੂੰ ਨਿਰਾਸ਼ ਨਹੀਂ ਕਰਦੇ। ਕਰੇ ਕੇਲ ਤੇਜਨ ਮਹਤਾਤਾ। ਔਰ ਇਸੇ ਕਰਕੇ ਮੈਂ ਵੀ ਤੇਰੀ ਸ਼ਰਨ ਵਿੱਚ ਆਈ ਹਾਂ। ਤੂੰ ਮੇਰਾ ਪਤੀ ਹੈ, ਰਿਸ਼ੀ ਹੈ, ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਸੰਤਾਨ ਦੀ ਦਾਤ ਦੇ, ਮੇਰੇ ਘਰ ਵੀ ਪੁੱਤਰ ਹੋਵੇ। ਤਬ ਮੈਂ ਸੁਖ ਪਾਵੋ ਪਲ ਭਾਂਤਾ। ਫਿਰ ਮੈਂ ਭਲੀ ਪ੍ਰਕਾਰ ਨਾਲ ਸੁਖੀ ਹੋਵਾਂਗੀ। ਸੁਨ ਕਸ਼ਯਪ ਨਿਜ ਤਿਯ ਕੀ ਬਾਨੀ। ਕਸ਼ਯਪ ਰਿਸ਼ੀ ਨੇ ਜਦੋਂ ਆਪਣੀ ਘਰ ਵਾਲੀ ਦਿੱਤੀ ਦੀ ਇਹ ਬੇਨਤੀ ਸੁਣੀ, ਬੋਲਿਓ ਤਾਹਿ ਕਰਤ ਸਨਮਾਨੀ। ਇਹਦਾ ਸਨਮਾਨ ਕਰਦਿਆਂ ਬੋਲਿਆ, ਸਤਕਾਰ ਕਰਦਿਆਂ ਕਸ਼ਯਪ ਰਿਸ਼ੀ ਬੋਲਿਆ, ਚੰਦਰ ਬਦਨ ਤੂੰ ਮੋ ਕੋ ਪਿਆਰੀ। ਕਹਿਣ ਲੱਗਾ, ਹੇ ਚੰਦਰ ਬਦਨ, ਤੂੰ ਮੈਨੂੰ ਪਿਆਰੀ ਹੈ। ਜਿਵੇਂ ਦੂਸਰੀਆਂ ਇਸਤਰੀਆਂ ਮੈਨੂੰ ਪਿਆਰੀਆਂ ਹਨ, ਤੇਰੀਆਂ ਸੌਕਣਾ, ਤਿਵੇਂ ਤੂੰ ਵੀ ਮੈਨੂੰ ਪਿਆਰੀ ਹੈ। ਕਰੋ ਕਾਮਨਾ ਪੂਰਨ ਥਾਰੀ। ਤੇਰੀ ਕਾਮਨਾ ਦੀ ਪੂਰਨਤਾ ਹੋਵੇਗੀ। ਸੰਧਿਆ ਕਾਲ ਬੀਤ ਹੈ ਜਬ ਹੀ। ਪਰ ਹੁਣ ਆ ਸੰਧਿਆ ਦਾ ਵੇਲਾ ਹੈ, ਆ ਸੰਧਿਆ ਦਾ ਟਾਈਮ ਹੈ। ਸੰਧਿਆ ਦੇ ਸਮੇਂ ਸੰਧਿਆ ਕਰੀਦੀ ਹੈ। ਇਸ ਸਮੇਂ ਸ਼ਿਵ ਜੀ ਦੀ ਆਰਾਧਨਾ ਕਰੀਦੀ ਹੈ। ਮੈਥਨ ਕਰੋ ਸੰਗ ਤੁਝ ਤਬ ਹੀ। ਇਸ ਵਕਤ ਤੇ ਸੰਧਿਆ ਦੇ ਸਮੇਂ ਸੰਭਵ ਨਹੀਂ। ਇਹ ਸੰਧਿਆ ਦਾ ਸਮਾਂ ਬੀਤ ਜਾਵੇਗਾ, ਤੇਰੀ ਕਾਮਨਾ ਪੂਰੀ ਹੋਵੇਗੀ। ਇਹ ਬੇਲਾ ਲਖ ਘੋਰ ਬਿਸਾਲਾ। ਇਹ ਜਿਹੜਾ ਵੇਲਾ ਸੰਧਿਆ ਦਾ, ਇਹ ਬੜਾ ਘੋਰ ਵੇਲਾ ਹੈ। ਕਾਮ ਚੇਸਟਾ ਕੋ ਨਹਿ ਕਾਲਾ। ਇਸ ਵੇਲੇ ਤੇਰੀ ਇਸ ਕਾਮਨਾ ਦੀ ਪੂਰਤੀ ਨਹੀਂ ਹੋ ਸਕਦੀ, ਸ਼ੰਕਰ ਫਿਰਤ ਲਿਏ ਗਣ ਸੰਗਾ। ਕਿਉਂਕਿ ਇਸ ਵੇਲੇ ਸੰਧਿਆ ਸਮੇਂ ਸ਼ਿਵ ਜੀ ਭਗਵਾਨ ਜਿਹੜਾ ਆਪਣੇ ਗਣਾਂ ਦੇ ਸਮੇਤ ਫਿਰਦਾ ਹੈ। ਇਹ ਪੁਰਾਣਾ ਦਾ ਮਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਕਿ ਪੁਰਾਣਾ ਵਿੱਚ ਏਦਾਂ ਲਿਖਿਆ ਵੀ ਇਹ ਕਿਵੇਂ ਪੈਦਾ ਹੋਏ ਨੇ। ਉਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਰਹੇ ਗੁਰੂ ਨਾਨਕ ਸਾਹਿਬ, ਕੇਵਲ ਦੱਸ ਰਹੇ ਨੇ ਵੀ ਪੁਰਾਣਾ 'ਚ ਏਦਾਂ ਲਿਖਿਆ ਹੋਇਆ, ਜਾਣਕਾਰੀ ਦੇ ਰਹੇ ਨੇ ਸਾਨੂੰ। ਤੋਂ ਪਾਤਸ਼ਾਹ ਜੀ ਸੁਣਾ ਰਹੇ ਨੇ, ਕਹਿੰਦੇ ਉਸ ਵੇਲੇ ਕਸ਼ਯਪ ਰਿਸ਼ੀ ਨੇ ਆਖਿਆ ਕਿ ਸੰਧਿਆ ਦੇ ਸਮੇਂ ਸ਼ਿਵ ਜੀ ਜਿਹੜਾ ਹੈ ਉਹ ਗਣਾਂ ਦੇ ਸਮੇਤ ਫਿਰਦਾ ਹੈ। ਭੂਤ ਪ੍ਰਚਰ ਜਾਹੇ ਤਯੋ ਮੰਗਾ। ਇਸ ਵੇਲੇ ਭੂਤ ਆਦਿਕ ਜਿਹੜੇ ਨੇ ਉਹਦੇ ਨਾਲ ਸਾਰੇ ਪਾਸੇ ਵਿਚਰਦੇ ਨੇ। ਗੁਰੂ ਕਾ ਸਿੱਖ ਤਾਂ ਸੰਧਿਆ ਸਮੇਂ ਸ਼ਾਂਤੀ ਨਾਲ ਇਕਾਂਤ ਵਿੱਚ ਬਹਿ ਕੇ ਰਹਿਰਾਸ ਸਾਹਿਬ ਦਾ ਪਾਠ ਪੜ੍ਹਦਾ ਹੈ। ਗੁਰੂ ਕੇ ਸਿੱਖ ਨੇ ਇਸ ਬਿਰਤੀ ਨਾਲ ਸੰਧਿਆ ਬਤੀਤ ਕੀਤੀ ਆ ਹਮੇਸ਼ਾ, ਔਰ ਕਰਦਾ ਹੈ।
ਆਮ ਬਹੁਤ ਸਾਰੇ ਸਮਾਜ ਦੇ ਵਿੱਚ ਧਰਮ ਨੇ ਜਿਹੜੇ ਸੰਧਿਆ ਸਮੇਂ ਸ਼ਿਵ ਜੀ ਦੀ ਆਰਾਧਨਾ ਕਰਦੇ, ਵੀ ਇਹ ਸਮਾਂ ਬੜਾ ਵਿਕਰਾਲ ਹੁੰਦਾ ਹੈ ਸੰਧਿਆ ਦਾ। ਇਸ ਵੇਲੇ ਸ਼ਿਵ ਜੀ ਭਗਵਾਨ ਜਿਹੜਾ ਉਹ ਆਪਣਿਆਂ ਗਣਾਂ ਸਮੇਤ ਭੂਤਾਂ ਪ੍ਰੇਤਾਂ ਸਮੇਤ ਫਿਰਦਾ ਤੇ ਵਿਚਰਦਾ ਹੈ। ਰੁਕਮ ਸਮਾਨ ਭਸਮ ਤਨ ਕੀਨੋ, ਉਹਨੇ ਆਪਣੇ ਸਰੀਰ ਦੇ ਉੱਤੇ ਇਸ ਵੇਲੇ ਮੁਰਦਿਆਂ ਦੀ ਸਵਾਹ ਲਾਈ ਹੁੰਦੀ ਹੈ। ਅਗਨ ਤਰਨ ਸ਼ਸ਼ ਜਿਹ ਦ੍ਰਿਗ ਤੀਨੋ, ਔਰ ਅਗਨੀ ਚੰਦਰਮਾ ਉਹਦੇ ਨੇਤਰ ਹਨ। ਪੂਜਨ ਸਮੈ ਤਾਹੇ ਕੋ ਜਾਨੋ, ਇਹ ਦਿੱਤੀ ਇਸ ਵੇਲੇ ਸ਼ਿਵ ਜੀ ਦੀ ਪੂਜਾ ਦਾ ਸਮਾਂ ਹੈ, ਸੰਧਿਆ ਦਾ ਵੇਲਾ ਹੈ। ਕੀਲ ਕਰਨ ਕੋ ਕਾਲ ਨ ਮਾਨੋ, ਇਸ ਵੇਲੇ ਤੇਰੀ ਇਸ ਕਾਮਨਾ ਦੀ ਪੂਰਤੀ ਨਹੀਂ ਹੋ ਸਕਦੀ, ਇਹਦਾ ਵੇਲਾ ਨਹੀਂ ਹੈ। ਦਿਨ ਮੈਥਨ ਤੇ ਆਯੂ ਕਟਾਈ, ਜਿਵੇਂ ਕਹਾਵਤ ਹੈ, ਇਹ ਕਹਿਵਤ ਹੈ ਕਿ ਦਿਨ ਸਮੇਂ ਕਾਮ ਕ੍ਰੀੜਾ ਕਰਨ ਨਾਲ ਮਨੁੱਖ ਦੀ ਉਮਰ ਘਟਦੀ ਹੈ। ਪਰਬ ਦਿਨਨ ਦੁਰਸੁਤ ਜਨਮਾਈ, ਤੇ ਜੇ ਕੋਈ ਪਰਬ ਵਾਲੇ ਦਿਨ, ਜਿਸ ਦਿਨ ਕੋਈ ਪਰਬ ਹੋਵੇ, ਪੁੰਨਿਆਵਾਨ ਪਰਬ ਹੋਵੇ, ਉਸ ਦਿਨ ਜਿਵੇਂ ਕਾਮ ਕ੍ਰੀੜਾ ਕਰਨ ਦੇ ਨਾਲ ਜਿਹੜੀ ਸੰਤਾਨ ਦੀ ਉਤਪਤੀ ਹੁੰਦੀ ਹੈ, ਉਹ ਮੰਦੀ ਸੰਤਾਨ ਪੈਦਾ ਹੁੰਦੀ ਹੈ। ਤਿਉ ਇਹ ਸੰਧਿਆ ਦੋਖ ਪਰਮਾਨੋ, ਇਸੇ ਤਰ੍ਹਾਂ ਇਹ ਜਿਹੜਾ ਸੰਧਿਆ ਦਾ ਵੇਲਾ ਹੈ, ਇਸ ਵੇਲੇ ਜਿਹੜੀ ਸੰਤਾਨ ਪੈਦਾ ਹੋਵੇਗੀ, ਉਸ ਸੰਤਾਨ ਦੀ ਉਤਪਤੀ ਦਾਨਵੀ ਬਿਰਤੀ ਵਾਲੀ ਹੋਵੇਗੀ, ਰਾਖਸ਼ੀ ਬਿਰਤੀ ਵਾਲੀ ਹੋਵੇਗੀ। ਸ਼ਿਵ ਕੀ ਦ੍ਰਿਸ਼ਟ ਬਚਾਵਨ ਠਾਨੋ, ਇਸ ਕਰਕੇ ਇਸ ਵਕਤ ਤੇਰੀ ਇਹ ਕਾਮਨਾ ਦੀ ਪੂਰਤੀ ਨਹੀਂ ਹੋ ਸਕਦੀ। ਇਹ ਸਮਾਂ ਬੀਤ ਜਾਵੇ, ਫਿਰ ਤੇਰੀ ਇੱਛਾ ਦੀ ਪੂਰਤੀ ਹੋਵੇਗੀ। ਸੁਣੀ ਦਿੱਤੀ ਜਬ ਅਸ ਬਿਦ ਬਾਨੀ, ਪਰ ਜਦੋਂ ਦਿੱਤੀ ਨੇ ਇਹ ਗੱਲ ਸੁਣੀ, ਮਨ ਸਿਜ ਬਾਨਨ ਤੇ ਅਕੁਲਾਨੀ, ਆਪਣੇ ਪਤੀ ਦੇ ਬੋਲ ਸੁਣ ਕੇ ਵਿਆਕੁਲ ਹੋਈ। ਬਾਰ ਬਦੂ ਜਿਵ ਤਜ ਕਰ ਬਰੀੜਾ, ਜਿਵੇਂ ਕੋਈ ਵੇਸ਼ਵਾ ਹੁੰਦੀ ਆ ਨਾ, ਉਹਨੂੰ ਸ਼ਰਮ ਕਾਣ ਕਨੋੜ ਨਹੀਂ ਰਹਿੰਦੀ, ਉਹ ਆਪਣੀ ਸਾਰੀ ਸ਼ਰਮ ਤਿਆਗ ਦਿੰਦੀ ਹੈ। ਪਤ ਕੋ ਬਸਨ ਗਹਿਓ ਹਿਤ ਕ੍ਰੀੜਾ, ਇਸੇ ਤਰ੍ਹਾਂ ਹੀ ਇਹਨੇ ਵੀ ਆਪਣੀ ਸਾਰੀ ਸ਼ਰਮ ਲਾਜ ਤਿਆਗੀ ਤੇ ਕਹਿੰਦੀ ਨਹੀਂ, ਹੱਠ ਕਰਦਿਆਂ ਕਹਿਣ ਲੱਗੀ ਮੈਨੂੰ ਇਸੇ ਵੇਲੇ ਸੰਤਾਨ ਦੀ ਪ੍ਰਾਪਤੀ ਚਾਹੀਦੀ ਹੈ। ਪੁੰਨ ਜੋ ਦਿੱਤੀ ਪਾਛੇ ਪਛੁਤਾਨੀ, ਬਾਅਦ ਵਿੱਚ ਫਿਰ ਇਸ ਦਿੱਤੀ ਨੇ ਮਨ 'ਚ ਪਛਤਾਵਾ ਵੀ ਕੀਤਾ। ਉਸ ਵੇਲੇ ਕਸ਼ਯਪ ਰਿਸ਼ੀ ਨੇ ਇਹਦੀ ਇੱਛਾ ਪੂਰਨ ਕੀਤੀ, ਪਰ ਬਾਅਦ ਵਿੱਚ ਇਹਦੇ ਮਨ 'ਚ ਪਛਤਾਵਾ ਵੀ ਹੋਇਆ। ਲੱਜਾ ਯੁਤ ਦ੍ਰਿਗ ਧਰ ਸਕੁਚਾਨੀ, ਔਰ ਲੱਜਾ ਸਹਿਤ ਨੇਤਰ ਨੀਵੇਂ ਕਰਕੇ ਆਪਣੇ ਪਤੀ ਦੇ ਸਨਮੁਖ ਖੜੀ ਹੈ। ਕਸ਼ਯਪ ਕੇ ਸਮੀਪ ਚਲ ਆਈ, ਔਰ ਕਸ਼ਯਪ ਰਿਸ਼ੀ ਦੇ ਕੋਲ ਚੱਲ ਕੇ ਆਈ। ਸ਼ਿਵ ਕੇ ਭੈ ਤੇ ਗਿਰਾ ਅਲਾਈ, ਮਨ 'ਚ ਸ਼ਿਵ ਜੀ ਦਾ ਭੈ ਵੀ ਸੀ, ਇਹਦੇ ਮਨ 'ਚ ਸ਼ਿਵ ਜੀ ਦਾ ਡਰ ਵੀ ਸੀ। ਹੇ ਪਤ ਗਰਭ ਮੋਹੇ ਕਲਿਆਣਾ, ਕਹਿਣ ਲੱਗੀ ਕਿ ਹੇ ਪਤੀ ਦੇਵ, ਮੈਂ ਗਰਭਧਾਰੀ ਹੋਈ ਹਾਂ, ਪਰ ਮੈਂ ਚਾਹੁੰਦੀ ਹਾਂ ਕਿ ਮੇਰੀ ਕਲਿਆਣ ਵੀ ਹੋਵੇ। ਰਿਸ ਧਰ ਸ਼੍ਰੀ ਸ਼ਿਵ ਕਰੈ ਨਾ ਹਾਨਾ, ਕਿ ਕਿਤੇ ਸ਼ਿਵ ਜਿਹੜਾ ਹੈ ਉਹ ਗੁੱਸੇ ਵਿੱਚ ਆ ਕੇ ਮੇਰੀ ਸੰਤਾਨ ਨੂੰ ਮਾਰ ਨਾ ਦੇਵੇ, ਕਿਉਂਕਿ ਉਹਦਾ ਸੰਧਿਆ ਦਾ ਸਮਾਂ ਸੀ। ਮੈਂ ਹੱਠ ਕੀਤਾ, ਤੈਂ ਮੇਰਾ ਹੱਠ ਪੂਰਨ ਕੀਤਾ। ਮੇਰੇ ਮਨ ਵਿੱਚ ਹੁਣ ਇਹ ਡਰ ਹੈ ਕਿ ਜਿਹੜਾ ਇਹ ਸੰਤਾਨ ਦੀ ਉਤਪਤੀ ਹੋਵੇ, ਕਿਤੇ ਸ਼ਿਵ ਇਹਨਾਂ ਨੂੰ ਮਾਰ ਨਾ ਦੇਵੇ, ਇਹਨਾਂ ਦੀ ਕਲਿਆਣ ਹੋਵੇ, ਉਹ ਕਿਰਪਾ ਕਰ। ਨਮੋ ਨਮੋ ਤੇ ਕੱਕੇ ਪਦ ਕੰਜਾ, ਮੈਂ ਸ਼ਿਵ ਜੀ ਨੂੰ ਨਮਸਕਾਰ ਕਰਦੀ ਹਾਂ, ਮਹਾਦੇਵ ਸੇਵਤ ਸੁਰ ਪੁੰਜਾ, ਔਰ ਮੈਂ ਦੇਵਤਾ ਜਾਣ ਕੇ ਪੂਜਾ ਕਰਦੀ ਹਾਂ। ਮੋਹੇ ਅਵਗਿਆ ਛਿਮਾ ਕਰੀਜੈ, ਮੇਰੇ ਕੋਲੋਂ ਇਹ ਬੜੀ ਵੱਡੀ ਅਵਗਿਆ ਹੋਈ ਆ ਸ਼ਿਵ ਦੀ, ਤੁਸੀਂ ਉਹਦੇ ਅੱਗੇ ਬੇਨਤੀ ਕਰਕੇ ਮੇਰੇ ਕੋਲੋਂ ਹੋਈ ਇਸ ਅਵਗਿਆ ਦੀ क्षमा ਯਾਚਨਾ ਕਰੋ। ਤੀਏ ਸੁਭਾਵ ਲਖ ਮਨ ਨਾ ਰਸੀਜੈ, ਮੇਰਾ ਇਸਤਰੀਆਂ ਵਾਲਾ ਹੱਠ ਵਾਲਾ ਸੁਭਾਅ ਸੀ, ਇਹਨੂੰ ਜਾਣ ਕੇ ਆਪਣੇ ਮਨ 'ਚ ਗੁੱਸਾ ਨਾ ਕਰੋ। ਸੁਨ ਕਸ਼ਯਪ ਬੋਲਿਓ ਤਬ ਬਾਨੀ, ਸੁਣ ਕੇ ਕਸ਼ਯਪ ਰਿਸ਼ੀ ਬੋਲਿਆ, ਕਹਿਣ ਲੱਗਾ ਆਹੋ ਅਪਧਰੇ ਨਾਰ ਅਜਾਨੀ, ਕਹਿਣ ਲੱਗਾ ਹੈ ਅਭਦਰੇ ਨਾਰ ਸੁਣ, ਤਵੈ ਸੁਤ ਜਲ ਮੈਂ ਅਤਮ ਕਢੋਰਾ, ਤੇਰੇ ਘਰ ਵਿੱਚ 2 ਪੁੱਤਰ ਪੈਦਾ ਹੋਣਗੇ ਜਿਹੜੇ ਬੜੇ ਅਦਮ ਨੀਚ ਤੇ ਕਠੋਰ ਬਿਰਤੀ ਵਾਲੇ ਹੋਣਗੇ। ਰਾਖਸ਼ ਕਿਸ ਨੂੰ ਕਹਿੰਦੇ ਐ ਤੇ ਦੇਵਤਾ ਕਿਸ ਨੂੰ ਕਹਿੰਦੇ ਐ? ਕਲਗੀਧਰ ਸਵਾਮੀ ਜੀ ਦੇ ਬਚਨ ਨੇ। ਮਹਾਰਾਜ ਜੀ ਕਹਿੰਦੇ, ਕੁਕ੍ਰਿਤ ਕਰਮ ਜੋ ਜਗ ਮੈਂ ਕਰਹੀ, ਨਾਮ ਅਸੁਰ ਤਾਤੇ ਜਗ ਧਰਹੀ। ਜਿਹੜਾ ਮਾੜੇ ਭੈੜੇ ਕੰਮ ਕਰੇ, ਖੋਟੇ ਕੰਮ ਕਰੇ, ਉਹਨੂੰ ਕਹਿੰਦੇ ਆ ਦਾਨਵ, ਉਹਨੂੰ ਕਹਿੰਦੇ ਆ ਰਾਖਸ਼। ਸਾਧ ਕਰਮ ਜੇ ਨਾਮ ਕਹਾਵੈ, ਨਾਮ ਦੇਵਤਾ ਤਾਹੇ। ਜਿਹੜਾ ਚੰਗੇ ਕੰਮ ਕਰੇ, ਭਲੇ ਕਰਮ ਕਰੇ, ਉਹਨੂੰ ਦੇਵਤਾ ਕਹਿੰਦੇ ਆ। ਜਿਹੜਾ ਮਾੜੇ ਭੈੜੇ ਕਰਮ ਕਰੇ, ਉਹ ਦਾਨਵ ਹੈ। ਕਸ਼ਯਪ ਰਿਸ਼ੀ ਬੋਲਿਆ ਵੀ ਤੈਨੂੰ ਪੁੱਤਰ ਕਾਮਨਾ ਦੀ ਇੱਛਾ ਸੀ, ਪੁੱਤਰ ਹੋਣਗੇ ਹੁਣ ਤੇਰੇ,
ਤੂੰ ਵਿਚਾਰ ਨਹੀਂ ਕੀਤੀ, ਹੱਠ ਕੀਤਾ। ਮੈਂ ਤੈਨੂੰ ਵਰਜਿਆ ਸੀ ਕਿ ਸੰਧਿਆ ਦਾ ਸਮਾਂ, ਇਸ ਸਮੇਂ ਪੈਦਾ ਹੋਣ ਵਾਲੇ ਬਾਲਕ ਰਾਖਸ਼ ਬਿਰਤੀ ਵਾਲੇ ਹੋਣਗੇ, ਪਰ ਤੂੰ ਮੰਨੀ ਨਹੀਂ। ਹੁਣ ਰਾਖਸ਼ੀ ਪੈਦਾ ਹੋਣਗੇ ਤੇਰੇ ਘਰ, ਜਿਹੜੇ ਬੜੇ ਕਠੋਰ ਤੇ ਨੀਚ ਕਰਮ ਕਰਨਗੇ। 2 ਪੁੱਤਰ ਹੋਣਗੇ ਤੇਰੀ ਕੁੱਖ ਤੋਂ। ਤੇ ਸਰਬ ਜਗ ਕੋ ਦੁਖ ਘੋਰਾ। ਉਹ ਸਾਰੇ ਜਗਤ ਨੂੰ ਬੜਾ ਭਿਆਨਕ ਦੁੱਖ ਦੇਣਗੇ। ਇੱਕ ਦਾ ਨਾਮ ਹਿਰਨਿਆਕਸ਼ਪ ਹੋਵੇਗਾ, ਦੂਸਰਾ ਉਹਦਾ ਭਰਾ ਹਰਣਾਕਸ਼ ਹੋਵੇਗਾ। ਦੋਵੇਂ ਸਾਰੇ ਜਗਤ ਨੂੰ ਬੜਾ ਦੁੱਖ ਦੇਣਗੇ। ਕਸਮਲ ਕਰ ਹੈ ਅਨੇਕ ਪ੍ਰਕਾਰਾ। ਅਨੇਕ ਪ੍ਰਕਾਰ ਦੇ ਕਾਸਮਲ ਪਾਪ ਕਰਨਗੇ। ਤਿਨ ਹਿਤ ਧਰ ਹੈ ਬਿਸ਼ਨ ਅਵਤਾਰਾ। ਉਹਨਾਂ ਵਾਸਤੇ ਭਗਵਾਨ ਜੀ ਵਿਸ਼ਨੂੰ ਜੀ ਨੂੰ 2 ਵੇਰੀ ਅਵਤਾਰ ਧਾਰਨ ਕਰਨਾ ਪਵੇਗਾ। ਇੱਕ ਵੇਰੀ ਬਰਾਹ ਰੂਪ ਲੈ ਕੇ, ਇੱਕ ਵੇਰੀ ਨਰ ਸਿੰਘ ਰੂਪ ਲੈ ਕੇ। ਕਰ ਸੰਗਰਾਮ ਹਨ ਹੈਗੇ ਤਿਨ ਕੋ। ਉਹ ਸੰਗਰਾਮ ਕਰਕੇ ਨਾ ਦੋਨਾਂ ਨੂੰ ਮਾਰਨਗੇ। ਸੰਧਿਆ ਧਰਿਓ ਗਰਭ ਤੈ ਜਿਨ ਕੋ। ਜਿਨ੍ਹਾਂ ਦਾ ਤੈਂ ਗਰਭ ਧਾਰਨ ਕੀਤਾ ਸੰਧਿਆ ਸਮੇਂ। ਤਵ ਸੁਤ ਕੋ ਸੁਤ ਭਗਤ ਪ੍ਰਧਾਨਾ। ਪਰ ਹਾਂ, ਤੂੰ ਸਾਡੀ ਸ਼ਰਨ ਆਈ ਆ, ਮਨ 'ਚ ਪਛਤਾਵਾ ਕੀਤਾ ਵੀ ਮੇਰੇ ਕੋਲੋਂ ਪਾਪ ਹੋਇਆ, ਮੈਂ ਹੱਠ ਕੀਤਾ। ਇਹਦੇ ਕਰਕੇ ਤੇਰੇ ਪੁੱਤਰ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਜਿਹੜਾ ਪਰਮੇਸ਼ਰ ਦਾ ਭਗਤ ਹੋਵੇਗਾ। ਇਸ਼ਾਰਾ ਕੀਤਾ ਮਹਾਰਾਜ ਭਗਤ ਪ੍ਰਹਿਲਾਦ ਜੀ ਵੱਲ। ਇਹ ਪੁਰਾਣਕ ਕਥਾ ਸੁਣਾ ਰਹੇ ਨੇ। ਕਹਿੰਦੇ ਤੇਰੇ ਘਰ ਤੇਰੇ ਪੁੱਤਰ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ। ਜਿਵੇਂ ਕਲਰ ਦੇ ਵਿੱਚ ਕਮਲ ਦਾ ਫੁੱਲ ਖਿੜਦਾ ਨਾ, ਭਾਈ ਗੁਰਦਾਸ ਜੀ ਲਿਖਦੇ ਆ, ਕਹਿੰਦੇ ਏਦਾਂ ਹਰਣਾਕਸ਼ ਦੇ ਘਰ ਭਗਤ ਪ੍ਰਹਿਲਾਦ ਜੀ ਜਨਮੇ। ਹਾਂਜੀ, ਹੋਵੇ ਗੋ ਸਮਦ੍ਰਿਸ਼ਟ ਸੁਜਾਨਾ। ਉਹ ਸਮਾਨ ਦ੍ਰਿਸ਼ਟੀ ਵਾਲਾ ਸੁਜਾਨ ਭਗਤ ਹੋਵੇਗਾ। ਕਰ ਕਸਮਲ ਤੂੰ ਪੁੰਨ ਪਛਤਾਨੀ। ਤੂੰ ਪਾਪ ਕਰਕੇ ਮਨ 'ਚ ਫਿਰ ਪਛਤਾਵਾ ਕੀਤਾ। ਇਸ ਸੁਕ੍ਰਿਤ ਤੇ ਹੋਵੇ ਸੁਖ ਖਾਨੀ। ਇਸ ਚੰਗੇ ਕਰਮ ਕਰਕੇ ਤੇਰੀ ਕੁਲ ਦੇ ਵਿੱਚ, ਤੇਰੇ ਪੁੱਤਰ ਦੇ ਘਰ ਵਿੱਚ ਭਗਤ ਦਾ ਜਨਮ ਹੋਵੇਗਾ। ਹੋਇ ਹੈ ਸਰਬ ਭੂਤ ਹਿਤਕਾਰੀ। ਔਰ ਇਸ ਪ੍ਰਕਾਰ ਨਾਲ ਉਹ ਸਾਰੇ ਹਿਤਕਾਰੀ ਹੋਣਗੇ। ਦੁਖ ਲਖ ਦੁਖੀ ਸੁਖੀ ਸੁਖ ਧਾਰੀ। ਇਹੋ ਜਿਹਾ ਭਗਤ ਹੋਵੇਗਾ ਜਿਹੜਾ ਦੁਖੀਆਂ ਨੂੰ ਵੇਖ ਕੇ ਦੁਖੀ ਹੋਵੇਗਾ ਔਰ ਸੁਖੀਆਂ ਨੂੰ ਵੇਖ ਕੇ ਸੁਖੀ ਹੋਵੇਗਾ। ਭਗਤ ਕਹਿੰਦੇ ਉਸ ਨੂੰ ਨੇ ਜਿਹੜਾ ਕਿਸੇ ਪਰਾਏ ਦਾ ਦੁੱਖ ਵੇਖ ਕੇ ਦੁਖੀ ਹੋ ਜਾਏ। ਭਗਤ ਉਸੇ ਨੂੰ ਕਹਿੰਦੇ ਆ, ਸੰਤ ਉਸੇ ਨੂੰ ਕਹਿੰਦੇ ਆ ਜਿਹੜਾ ਕਿਸੇ ਦਾ ਦੁੱਖ ਵੇਖ ਕੇ ਬਰਦਾਸ਼ਤ ਨਾ ਕਰ ਸਕੇ, ਪਰਾਏ ਦਾ ਸੁੱਖ ਵੇਖ ਕੇ ਸੁਖੀ ਹੋਵੇ ਕਿ ਸੁਖੀ ਵਸਦੀ ਹੈ ਦੁਨੀਆ, ਤੇ ਪਰਾਏ ਦਾ ਦੁੱਖ ਵੇਖ ਕੇ ਮਨ 'ਚ ਦੁੱਖ ਹੋਵੇ। ਦੁੱਖ ਸਹਿ ਸਿਰ ਆਪਣਾ, ਸੁਖਦਾਈ ਸਭ ਕੋਏ। ਇਹ ਸੰਤ ਦੀ ਬਿਰਤੀ ਹੁੰਦੀ ਹੈ, ਭਗਤ ਦੀ ਬਿਰਤੀ ਹੁੰਦੀ ਹੈ। ਇਹੋ ਜੀ ਉਹਦੀ ਬਿਰਤੀ ਹੋਵੇਗੀ। ਸੁਨ ਕਰ ਦਿੱਤੀ ਹਿਰਦੇ ਹਰ ਖਾਨੀ। ਇਹ ਸੁਣ ਕੇ ਦਿੱਤੀ ਬੜੀ ਖੁਸ਼ ਹੋਈ। ਪ੍ਰਭ ਕਰਤੇ ਸੁਤ ਕੀ ਮ੍ਰਿਤ ਜਾਨੀ। ਇਹ ਵੀ ਜਾਣਿਆ ਵੀ ਚਲੋ ਭਗਵਾਨ ਮਾਰੇਗਾ ਨਾ ਮੇਰੇ ਪੁੱਤਰ ਨੂੰ, ਘਟੋ ਘਟ ਮੁਕਤ ਤਾਂ ਹੋਵੇਗਾ। ਹਾਂਜੀ, ਪੁੰਨ ਪੋਤਰਾ ਹੈ ਭਗਤ ਕਿਰਪਾਲਾ। ਫਿਰ ਮੇਰਾ ਜਿਹੜਾ ਪੋਤਰਾ ਹੋਵੇਗਾ ਉਹ ਭਗਤ ਹੋਵੇਗਾ ਉਸ ਪਰਮੇਸ਼ਰ ਦਾ। ਦੈਵ ਸੰਪਦਾ ਗੁਣ ਨ ਵਿਸ਼ਾਲਾ। ਉਹਦੇ ਕੋਲ ਦੈਵੀ ਸੰਪਦਾ ਹੋਵੇਗੀ, ਸ਼ੁਭ ਗੁਣਾਂ ਦਾ ਧਾਰਨੀ ਹੋਵੇਗਾ। ਧਾਰਤ ਭਈ ਗਰਭ ਕੋ ਤਬ ਹੀ। ਉਸ ਵੇਲੇ ਇਸਨੇ ਗਰਭ ਧਾਰਨ ਕੀਤਾ ਦਿੱਤੀ ਨੇ। ਬੀਤ ਗਏ 7 ਸੰਮਤ ਜਬ ਹੀ। ਕਹਿੰਦੇ ਇਸੇ ਤਰ੍ਹਾਂ ਸਮਾਂ ਬੀਤ ਗਿਆ। ਗਰਭ ਤੇਜ ਤੇ ਵਧਿਓ ਅਪਾਰੀ। ਕਹਿੰਦੇ ਇਹਦੇ ਜਿਹੜਾ ਤੇਜ ਸੀ ਗਰਭ ਦੇ ਵਿੱਚ, ਉਹਦਾ ਬਹੁਤ ਜ਼ਿਆਦਾ ਤੇਜ ਵਧਿਆ। ਲੋਕ ਪਰਲੋਕ ਪ੍ਰਭਾ ਸਭ ਹਾਰੀ। ਉਸ ਤੇਜ ਨਾਲ ਕਹਿੰਦੇ ਇੰਨਾ ਤੇਜ ਸੀ ਕਿ ਉਸ ਤੇਜ ਨਾਲ ਲੋਕ ਪਰਲੋਕ ਦੇ ਵਿੱਚ ਵਿਚਲਤਪੁਣਾ ਹੋਣ ਲੱਗਾ। ਵਿਆਕੁਲ ਹੋਵੇ ਬਿਦ ਭਵਨ ਸਿਧਾਰੇ। ਕਹਿੰਦੇ ਦੇਵਤੇ ਵੀ ਵਿਆਕੁਲ ਹੋ ਕੇ ਬ੍ਰਹਮਾ ਦੇ ਘਰ ਗਏ, ਕਿਉਂਕਿ ਉਹ ਦਾਨਵ ਪੈਦਾ ਹੋਣੇ ਸਨ ਜਿਨ੍ਹਾਂ ਦਾਨਵਾਂ ਨੇ ਦੇਵਤਿਆਂ ਨੂੰ ਦੁੱਖ ਦੇਣਾ ਸੀ। ਇਸ ਕਰਕੇ ਦੇਵਤੇ ਜਿਹੜੇ ਸਨ ਉਹ ਬ੍ਰਹਮਾ ਦੇ ਘਰ ਗਏ। ਕਰ ਕੈ ਬੰਧਨ ਬੈਨ ਉਚਾਰੇ। ਬ੍ਰਹਮਾ ਦੇ ਕੋਲ ਜਾ ਕੇ ਹੱਥ ਜੋੜ ਕੇ ਬੋਲੇ, ਹੇ ਲੋਕੇਸ਼ ਸਰਬਗਤ ਜਾਨੋ। ਹੇ ਲੋਕੇਸ਼, ਤੂੰ ਸਾਡੀ ਸਾਰੀ ਅਵਸਥਾ ਨੂੰ ਜਾਣਦਾ ਹੈ। ਤੀਨ ਕਾਲ ਕੀ ਬਿਦ ਪਹਿਚਾਨੋ। ਤਿੰਨਾਂ ਕਾਲਾਂ 'ਚ ਕੀ ਵਰਤਿਆ, ਕੀ ਵਰਤਣਾ, ਕੀ ਵਰਤੇਗਾ ਤੂੰ ਜਾਣਦਾ ਹੈ। ਕਸ਼ਯਪ ਤੇ ਦਿੱਤ ਗਰਭ ਜੋ ਧਾਰਾ। ਕਸ਼ਯਪ ਰਿਸ਼ੀ ਤੋਂ ਜਿਹੜਾ ਦਿਤੀ ਨਾਮ ਦੀ ਔਰਤ ਨੇ ਗਰਭ ਧਾਰਨ ਕੀਤਾ, ਤਿਹ ਕੋ ਹੋਇਓ ਤੇਜ ਅਪਾਰਾ। ਉਹਦਾ ਬਹੁਤ ਜ਼ਿਆਦਾ ਤੇਜ ਹੋ ਗਿਆ।
ਉਹਦੇ ਤੇਜ ਨਾਲ ਸਾਡੇ ਦੇਵਪੁਰੀ ਵਿੱਚ ਦੇਵਤੇ ਕੰਬ ਰਹੇ ਨੇ। ਜਨਮੈ ਗੋ ਤਿਸ ਤੇ ਅਸ ਕਵਨੂ, ਉਹ ਐਸਾ ਕਿਹੜਾ ਤੇਜ ਵਾਲਾ ਜਿਸ ਨੇ ਜਨਮ ਲੈਣਾ ਹੈ, ਜੋ ਦੁਖ ਦੇਤ ਅਬ ਹੈ ਸਭ ਭਵਨੂ। ਜਿਹੜਾ ਜਨਮ ਤੋਂ ਪਹਿਲਾਂ ਹੀ ਸਾਨੂੰ ਦੁੱਖ ਦੇ ਰਿਹਾ ਹੈ, ਉਹ ਜਨਮ ਲੈਣ ਤੋਂ ਬਾਅਦ ਸਾਡੀ ਕੀ ਦਸ਼ਾ ਕਰੇਗਾ। ਉਹ ਪੁੱਛਦੇ ਬ੍ਰਹਮਾ ਨੂੰ ਵੀ ਜਨਮ ਤੋਂ ਪਹਿਲਾਂ ਹੀ ਸਾਨੂੰ ਇਹੋ ਜਿਹਾ ਦੁਖਦਾਈ ਹੋ ਰਿਹਾ ਹੈ, ਉਹ ਜਨਮ ਲੈਣ ਤੋਂ ਬਾਅਦ ਕੀ ਕਰੇਗਾ। ਸੁਨ ਕਰ ਉਚਰੇ ਬੈਨ ਵਿਧਾਤਾ, ਸੁਣ ਕੇ ਬ੍ਰਹਮਾ ਬੋਲਿਆ, ਸਨਕਾਦਿਕ ਜੇ ਹੈ ਮਮਤਾਤਾ। ਕਹਿਣ ਲੱਗਾ ਜਿਹੜੇ ਸਨਕ ਸਨਾਦਨ ਆਦਿਕ ਜਿਹੜੇ ਮੇਰੇ ਪੁੱਤਰ ਹਨ, ਗਏ ਬੇਕੁੰਠ ਬਿਸ਼ਨ ਕੇ ਧਾਮਾ, ਇਹ ਸਾਰੇ ਵਿਸ਼ਨੂੰ ਦੇ ਘਰ ਗਏ। ਜਨਾ ਬਨੀ ਜਹਾਂ ਅਭਿਰਾਮਾ, ਕਹਿੰਦੇ ਜਿੱਥੇ ਬੜੀ ਸੋਹਣੀ ਰਚਨਾ ਵਿਸ਼ਨੂੰ ਭਗਵਾਨ ਦੇ ਮੰਦਿਰ ਦੀ ਬਣੀ ਹੋਈ ਹੈ, ਪ੍ਰਫੁੱਲਿਤ ਤਹਿ ਸਦਾ ਬਸੰਤਾ, ਜਿੱਥੇ ਪ੍ਰਫੁੱਲਤ ਹੋ ਕੇ ਭਗਵਾਨ ਵਿਸ਼ਨੂੰ ਵਸਦਾ ਹੈ। ਸੁੰਦਰ ਖਗ ਬਿਲ ਕੂਜ ਕਰੰਤਾ, ਜਿੱਥੇ ਗਰੜ ਉਹਦਾ ਦੇਵ ਵਾਹਨ ਹੈ, ਪੰਛੀ ਉਹਦੀ ਪੂਜਾ ਕਰਦਾ ਹੈ। ਕੁਸਮ ਬਾਟਿਕਾ ਰਾਜ ਤਰੂਰੀ, ਜਿੱਥੇ ਚਿੱਟੇ ਰੰਗ ਦੇ ਫੁੱਲਾਂ ਦੀ ਬਗੀਚੀ ਹੈ। ਮਧਪ ਗੁੰਜਾਰ ਹੈ ਗੰਧਤ ਭੂਰੀ, ਜਿੱਥੇ ਬੜੇ ਸੋਹਣੇ ਭੌਰੇ ਗੁੰਜਾਰਦੇ ਹਨ। ਜਾਮੀ ਕਰਕੇ ਸੁਭਗ ਬਿਮਾਨਾ, ਜਿੱਥੇ ਸੋਨੇ ਦੇ ਸੋਹਣੇ ਪਿਬਾਨ ਬਣੇ ਹੋਏ ਨੇ, ਖਚੇ ਮਣਨ ਜਾ ਮਹਿ ਰੰਗ ਨਾਨਾ, ਜਿਨ੍ਹਾਂ ਵਿੱਚ ਮਣੀਆਂ ਖਚੀਆਂ ਹੋਈਆਂ ਬੜੇ ਸੁੰਦਰ। ਫਿਰ ਹੈ ਤਹਾਂ ਬਹੁ ਭਗਤ ਸੁਹਾਏ, ਉੱਥੇ ਮੇਰੇ ਚਾਰੇ ਪੁੱਤਰ ਸਨਕ ਸਨਾਤਨ ਸਨਤ ਕੁਮਾਰ ਇਹ ਚਾਰੇ ਫਿਰ ਰਹੇ ਸਨ, ਜਿਨ ਸੇਵਾ ਕਰ ਬਿਸ਼ਨ ਰਝਾਏ, ਜਿਨ੍ਹਾਂ ਨੇ ਵਿਸ਼ਨੂੰ ਭਗਵਾਨ ਦੀ ਸੇਵਾ ਕਰਕੇ ਉਹਨੂੰ ਪ੍ਰਸੰਨ ਕੀਤਾ। ਫਾਟਕ ਫਟਕ ਪੀਤ ਜਹ ਸੋਹਤ, ਕਹਿੰਦੇ ਜਿੱਥੇ ਹਾਟਕ ਦੀਆਂ ਮਣੀਆਂ ਦੀਆਂ ਕੰਧਾਂ ਬਣੀਆਂ ਸੋਭਦੀਆਂ ਨੇ, ਤਲੇ ਚਿਤਾਨ ਬਲੇ ਮਨ ਮੋਹਤ, ਜਿੱਥੇ ਬੜੀਆਂ ਸੋਹਣੀਆਂ ਤਾਨ ਆਕਾਸ਼ ਦੇ ਵਿੱਚ ਬੜੀਆਂ ਸੋਹਣੀਆਂ ਕਹਿੰਦੇ ਤਾਨਾਂ ਲਾਈਆਂ ਹੋਈਆਂ ਨੇ, ਚੰਦੋਏ ਲਾਏ ਹੋਏ ਨੇ, ਮੁਕਤਾ ਕੀ ਝਾਲਰ ਇੱਕ ਸਾਰੀ, ਔਰ ਮੋਤੀਆਂ ਦੀਆਂ ਝਾਲਰਾਂ ਇੱਕਦਮ ਬਰਾਬਰ ਲਟਕਦੀਆਂ ਹਨ। ਕਰ ਸਰੋਜ ਤਹਿ ਰਮਾ ਬਿਹਾਰੀ, ਉੱਥੇ ਹੀ ਰਮਾ ਸਮੇਤ ਵਸਦਾ ਵਿਸ਼ਨੂੰ। ਨੂਪਰਾਤ ਹੈ ਭੂਖਲ ਜੇਈ, ਔਰ ਜਿਸ ਨੇ ਬੜੇ ਸੁੰਦਰ ਗਹਿਣੇ ਆਭੂਸ਼ਣ ਧਾਰਨ ਕੀਤੇ ਹੋਏ ਨੇ, ਅੰਗ ਹਲੇ ਕਲਕਾਰ ਹੈ ਤੇਈ, ਔਰ ਉਹ ਗਹਿਣੇ ਉਹਦੇ ਸਰੀਰ ਦੇ ਅੰਗਾਂ ਨਾਲ ਹਿਲਦੇ ਹਨ। ਚਰ ਸਥਾਨ ਬਿਲੋਕਤ ਜਾਈ, ਇਹੋ ਜਿਹਾ ਸੋਹਣਾ ਥਾਂ ਜਾ ਕੇ ਉਹਨਾਂ ਸਨਤ ਕੁਮਾਰ ਆਦਿਕ ਨੇ ਵੇਖਿਆ। ਸਨਕਾਦਿਕ ਜੇ ਚਾਰੋਂ ਭਾਈ, ਜਿਹੜੇ ਸਨਕਾਦਿਕ ਆਦਿਕ ਚਾਰੋਂ ਭਰਾ ਹਨ, ਕਿਉਂਕਿ ਖਸ਼ਟਿਓ ਲੰਗੇ ਜਬ ਹੀ, ਉਹ ਕਹਿੰਦੇ ਲੰਘਦੇ ਜਾ ਰਹੇ ਸੀ ਅੰਦਰ ਮਹਿਲ ਵੇਖਦੇ। ਬ੍ਰਹਮਾ ਜੀ ਦੱਸ ਰਹੇ ਨੇ ਵੀ ਮੇਰੇ ਪੁੱਤਰ ਇੱਕ ਵਾਰੀ ਵਿਸ਼ਨੂਪੁਰੀ ਚ ਗਏ। ਵਿਸ਼ਨੂਪੁਰੀ ਬੜੀ ਸੁੰਦਰ ਬਣੀ ਹੋਈ, ਇੱਕ ਇੱਕ ਮਹਿਲ ਲੰਘਦੇ ਲੰਘਦੇ ਉਹ 6 ਚੌਂਕੀਆਂ ਤੱਕ ਲੰਘ ਕੇ ਗਏ। ਸਪਤਮ ਪੌਰ ਗਏ ਜਲ ਚਲ ਤਬ ਹੀ, ਹੁਣ 6 ਦਰਵਾਜ਼ੇ ਲੰਘ ਕੇ ਜਦੋਂ 7ਵੇਂ ਦਰਵਾਜ਼ੇ 'ਚ ਪਹੁੰਚੇ, ਤਹ ਜੋ ਹੁਤੇ ਠਾਂਡੇ ਦਰਵਾਨਾ, ਉੱਥੇ ਦਰਵਾਨ 'ਚ ਹੀ ਖੜੇ ਸੀ ਦੋ, ਜਿਹੜੇ ਉਸ ਦਰਵਾਜ਼ੇ ਦੇ ਉੱਤੇ ਪਹਿਰਾ ਦੇ ਰਹੇ ਸਨ। ਬੈਤ ਅਰਾਏ ਤਿਨ ਹੈ ਅਟਕਾਨਾ, ਉਹਨਾਂ ਨੇ ਆਪਣੀ ਅੱਗੇ ਜਿਹੜਾ ਉਹਨਾਂ ਦੇ ਹੱਥ 'ਚ ਚੋਭ ਹੁੰਦੀ ਹੈ ਉਹ ਅੱਗੇ ਕਰਕੇ ਤੇ ਇਹਨਾਂ ਚਾਰਾਂ ਦਾ ਰਾਹ ਰੋਕ ਦਿੱਤਾ। ਜਿਹੜੇ ਸਨਤ ਸਨਾਤਨ ਸਨਤ ਕੁਮਾਰ ਇਹ 4 ਬ੍ਰਹਮਾ ਦੇ ਪੁੱਤਰ ਨੇ, ਜਿਨ੍ਹਾਂ ਬਾਰੇ ਮਹਾਰਾਜ ਕਬੀਰ ਜੀ ਨੇ ਗੁਰਬਾਣੀ 'ਚ ਲਿਖਿਆ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤਿਰੁ ਮਰਮ ਨਾ ਜਾਨਾ। ਬ੍ਰਹਮਾਦਿਕ ਸਨਕਾਦਿਕ, ਜਦੋਂ ਸਨਕਾਦਿਕ ਸ਼ਬਦ ਵਰਤਿਆ ਜਾਂਦਾ ਤੇ ਬ੍ਰਹਮਾ ਦੇ 4 ਪੁੱਤਰਾਂ ਵਾਸਤੇ ਵਰਤਿਆ ਜਾਂਦਾ। ਇਹਨਾਂ ਬਾਰੇ ਇਸ ਤਰ੍ਹਾਂ ਦੱਸਿਆ ਪੁਰਾਣਾ ਵਿੱਚ ਵੀ ਇਹ ਕਿਸ਼ੋਰ ਅਵਸਥਾ 'ਚ ਹੀ ਰਹਿੰਦੇ ਨੇ। ਬਾਲ ਅਵਸਥਾ ਜਿਹੜੀ ਹੁੰਦੀ ਨਾ 14 ਕੁ ਸਾਲ ਦੀ, ਇਹਨਾਂ ਨੇ ਮੰਗ ਕੇ ਲਈ ਪਰਮੇਸ਼ਰ ਕੋਲੋਂ ਵੀ ਸਾਨੂੰ ਇਸ ਉਮਰ ਵਿੱਚ ਹੀ ਰਹਿਣ ਦੇਣਾ। ਉਸ ਉਮਰ 'ਚ ਹੀ ਰਹਿੰਦੇ ਤੇ ਭਗਤੀ ਕਰਦੇ ਨੇ ਵਿਸ਼ਨੂੰ ਦੀ। ਇਹ ਕਹਿੰਦੇ ਬ੍ਰਹਮਾ ਜੀ ਦੱਸ ਰਹੇ ਨੇ, ਦੇਵਤੇ ਜਦੋਂ ਆਏ ਨਾ ਬੇਨਤੀ ਕਰਨ ਵੀ ਇਹ ਕਿਹੜਾ ਪੈਦਾ ਹੋਣਾ ਜਿਹੜਾ ਜਨਮ ਤੋਂ ਪਹਿਲਾਂ ਸਾਨੂੰ ਇਹੋ ਜਿਹਾ ਦੁੱਖ ਦੇ ਰਿਹਾ ਤੇ ਬਾਅਦ ਵਿੱਚ ਕੀ ਕਰੇਗਾ। ਬ੍ਰਹਮਾ ਜੀ ਫਿਰ ਦੱਸ ਰਹੇ ਨੇ, ਕਹਿੰਦੇ ਉਹ ਜਦੋਂ ਗਏ ਤੇ 7ਵੇਂ ਦਰਵਾਜ਼ੇ ਤੇ ਪਹੁੰਚੇ, ਉੱਥੇ ਜਿਹੜੇ ਦਰਬਾਨ 'ਚ ਹੀ ਸਨ ਉਹਨਾਂ ਨੇ ਰਸਤਾ ਰੋਕ ਲਿਆ। ਪੰਜ ਬਰਖ ਜਿਨ ਬੈਸ ਸਦਾਈ, ਆ ਕਹਿੰਦੇ ਛੋਟੀ ਉਮਰ ਵਿੱਚ ਬਾਲ ਅਵਸਥਾ ਵਿੱਚ ਹੀ ਰਹਿੰਦੇ ਨੇ ਚਾਰੇ। ਪਰਮਹੰਸ ਦੇਸ਼ ਬਸਨ ਬਨਾਈ, ਔਰ ਪਰਮਹੰਸ ਅਵਸਥਾ 'ਚ ਨਗਨ ਰਹਿੰਦੇ ਨੇ। ਦਿਸ਼ਾ ਨਹੀਂ ਨਾ, ਦਿਸ਼ਾ ਨੂੰ ਹੀ ਆਪਣੇ ਸਰੀਰ ਦਾ ਅੰਬਰ ਬਣਾਇਆ ਹੋਇਆ ਹੈ।
ਸਦਾ ਗਿਆਨ ਘਨ ਜਾਵਤ ਰੋਕੇ ਹੋਰ ਕਹਿੰਦੇ ਉੱਥੇ ਲੰਘਦੇ ਜਾਂਦੇ ਤੇ ਇਹਨਾਂ ਨੂੰ ਰੋਕ ਲਿਆ ਦਰਵਾਨਨ ਦਿਸ਼ ਰਿਖਨ ਬਿਲੋਕੇ ਤੇ ਇਹਨਾਂ ਚਾਰਾਂ ਰਿਸ਼ੀਆਂ ਨੂੰ ਉਹਨਾਂ ਦਰਵਾਨਚੀਆਂ ਵੱਲ ਵੇਖਿਆ ਕਹਿਣ ਲੱਗੇ ਇੱਕ ਪ੍ਰਭ ਪੈ ਜਾਈ ਉਹ ਕਹਿਣ ਲੱਗੇ ਵੀ ਅਸੀਂ ਇੱਕ ਪ੍ਰਭੂ ਦੇ ਕੋਲ ਜਾ ਰਹੇ ਹਾਂ ਏਕਨ ਕੋ ਰੋਕੋ ਇਹ ਥਾਈ ਕੀ ਵੇਖਿਆ ਵੀ ਉਹਨਾਂ ਨੇ ਕੁਝ ਕਾਂ ਨੂੰ ਤੇ ਜਾਣ ਦੇ ਦਿੱਤਾ ਅੱਗੇ ਜਦੋਂ ਇਹ ਚਾਰੇ ਆਏ ਤੇ ਇਹਨਾਂ ਨੂੰ ਰੋਕ ਲਿਆ ਜਦੋਂ ਇਹਨਾਂ ਨੂੰ ਰੋਕ ਲਿਆ ਭੇਦ ਦ੍ਰਿਸ਼ਟ ਜੇ ਕਰਨੈ ਹਾਰੇ ਉਹ ਕਹਿੰਦੇ ਵੀ ਤੁਸੀਂ ਭੇਦ ਦ੍ਰਿਸ਼ਟੀ ਰੱਖੀ ਹੈ ਵੀ ਕੁਝ ਕਾਂ ਨੂੰ ਤੁਸੀਂ ਜਾਣ ਦੇ ਦਿੱਤਾ ਸਾਨੂੰ ਤੁਸੀਂ ਰੋਕ ਦਿੱਤਾ ਜਾਂ ਤਾਂ ਸਾਰਿਆਂ ਨੂੰ ਹੀ ਰੋਕੋ ਜਾਂ ਸਾਰਿਆਂ ਨੂੰ ਜਾਣ ਦਿਓ ਏਦਾਂ ਇਹਨਾਂ ਨੇ ਦਰਵਾਨਚੀਆਂ ਨਾਲ ਗੱਲ ਕੀਤੀ ਕਿ ਤੁਸੀਂ ਇਹ ਭੇਦਵਾਦੀ ਦ੍ਰਿਸ਼ਟੀ ਰੱਖੀ ਹੈ ਰਹਿਣ ਉਚਿਤ ਨਹਿ ਪ੍ਰਭ ਦਰਬਾਰੇ ਤੁਸੀਂ ਇੱਥੇ ਪ੍ਰਭੂ ਦੇ ਦਰਬਾਰ ਵਿੱਚ ਰਹਿਣ ਦੇ ਯੋਗ ਨਹੀਂ ਹੋ ਕਿਉਂਕਿ ਤੁਸੀਂ ਇੱਥੇ ਰੱਬ ਦੇ ਦਰਵਾਜ਼ੇ ਤੇ ਖਲੋਤੇ ਪ੍ਰਭੂ ਦੇ ਵਿਸ਼ਨੂੰ ਦੇ ਦਰਵਾਜ਼ੇ ਤੇ ਖਲੋਤੇ ਤੁਸੀਂ ਭੇਦਵਾਦੀ ਦ੍ਰਿਸ਼ਟੀ ਰੱਖਦੇ ਹੋ ਵੀ ਚਲੋ ਜਿਹੜੇ ਮੇਰੇ ਨੇ ਉਹ ਲੰਘ ਜਾਣ ਜਿਹੜੇ ਬਗਾਨੇ ਨੇ ਉਹਨਾਂ ਨੂੰ ਰੋਕ ਦਿਓ ਕਹਿੰਦੇ ਇਹ ਜਿਹੜੀ ਭੇਦਵਾਦੀ ਦ੍ਰਿਸ਼ਟੀ ਹੈ ਅਸੁਰ ਬੁੱਧ ਤੁਮਨੇ ਇਹ ਧਾਰੀ ਇਹ ਤੁਹਾਡੀ ਰਾਖਸ਼ਾਂ ਵਾਲੀ ਬਿਰਤੀ ਹੈ ਤੁਸੀਂ ਇਹ ਅਸੁਰਾਂ ਵਾਲੀ ਬਿਰਤੀ ਧਾਰਨ ਕੀਤੀ ਹੈ ਜਾਏ ਤਰਹੋ ਤਨ ਧਰਨ ਮਜਹਾਰੀ ਜਾਓ ਤੁਸੀਂ ਸੰਸਾਰ ਵਿੱਚ ਜਾ ਕੇ ਰਾਖਸ਼ਾਂ ਦੀ ਜੋਨੀ ਚ ਪਵੋ ਏਦਾਂ ਉਹਨਾਂ ਨੇ ਸਰਾਪ ਦੇ ਦਿੱਤਾ ਵੀ ਤੁਸੀਂ ਰਾਖਸ਼ ਦੀ ਜੂਨ ਦੇ ਵਿੱਚ ਜਾ ਕੇ ਪਵੋ ਸਮ ਦ੍ਰਿਸ਼ਟੀ ਗੁਣ ਸਰਬ ਸਮੇਤਾ ਕਿਉਂਕਿ ਤੁਹਾਡੇ ਕੋਲ ਸਮਾਨ ਦ੍ਰਿਸ਼ਟੀ ਨਹੀਂ ਹੈ ਐਸੇ ਚਾਹੀਤ ਪ੍ਰਭੂ ਨਿਕੇਤਾ ਰੱਬ ਦੇ ਇਸ ਭਗਵਾਨ ਦੇ ਘਰ ਦੇ ਕੋਲ ਤਾਂ ਉਹ ਬੰਦੇ ਚਾਹੀਦੇ ਨੇ ਜਿਨ੍ਹਾਂ ਦੀ ਦ੍ਰਿਸ਼ਟੀ 'ਚ ਸਾਰੇ ਇੱਕ ਸਮਾਨ ਹੋਵਣ ਸੁਨ ਕਰ ਸਰਾਪ ਭਏ ਭੈ ਮਾਨਾ ਜਦੋਂ ਇਹ ਗੱਲ ਉਹਨਾਂ ਦਰਵਾਨਚੀਆਂ ਨੇ ਸੁਣੀ ਤੇ ਸੁਣ ਕੇ ਬੜੇ ਡਰੇ ਤੇ ਭੈ ਭੀਤ ਹੋਏ ਕਿ ਸਾਨੂੰ ਸਰਾਪ ਹੋ ਗਿਆ ਰਾਖਸ਼ ਹੋਣ ਦਾ ਜੈ ਅਰ ਵਿਜੈ ਨਾਮ ਜਿਨ ਜਾਨਾ ਇਹਨਾਂ ਦਾ ਕੀ ਨਾਂ ਸੀ ਜਿਹੜੇ ਦਰਵਾਨਚੀ ਸੀ ਇੱਕ ਦਾ ਨਾਮ ਸੀ ਜੈ ਤੇ ਦੂਜੇ ਦਾ ਨਾਮ ਸੀ ਵਿਜੈ ਜੈ ਵਿਜੈ ਕੀ ਪਦਵੀ ਪਾਈ ਇਹ ਜੈ ਤੇ ਵਿਜੈ ਨਾਮ ਦੇ ਦੋ ਦਰਬਾਨਚੀ ਸਨ ਬਿਨੈ ਕਰਨ ਲਾਗੇ ਕਰ ਜੋਰੀ ਇਹ ਹੱਥ ਜੋੜ ਕੇ ਫਿਰ ਬੇਨਤੀ ਕਰਕੇ ਤਰਲ ਮਿੰਨਤ ਕਰਨ ਲੱਗੇ ਦਇਓ ਸਰਾਪ ਤੁਮਨੇ ਦੁਖ ਘੋਰੀ ਕਹਿਣ ਲੱਗੇ ਜੀ ਇਹ ਜਿਹੜਾ ਸਰਾਪ ਤੁਸੀਂ ਦਿੱਤਾ ਬੜਾ ਘੋਰ ਤੇ ਭਿਆਨਕ ਧਾਰ ਅਨੁਗ੍ਰਹੋ ਅਸਬਰ ਦੀਜੈ ਹੁਣ ਜਿਹੜੇ ਸਰਾਪ ਤਾਂ ਇਹ ਪੂਰਾ ਹੋਣਾ ਹੀ ਹੈ ਪਰ ਹੁਣ ਸਾਡੇ ਤੇ ਅਨੁਗ੍ਰਹ ਕਰਕੇ ਸਾਡੇ ਤੇ ਕਿਰਪਾ ਕਰੋ ਜਾਂ ਤੇ ਪ੍ਰਭੂ ਨਾ ਹਿਰਦੈ ਭੁਲੀਜੈ ਕਿ ਸਾਨੂੰ ਰੱਬ ਨਾ ਭੁੱਲੇ ਸਾਨੂੰ ਸਾਡਾ ਜਿਹੜਾ ਭਗਵਾਨ ਹੈ ਕਿਉਂਕਿ ਉਹਨਾਂ ਵਾਸਤੇ ਤਾਂ ਉਹਨਾਂ ਦਾ ਭਗਵਾਨ ਰੱਬ ਵਿਸ਼ਨੂੰ ਹੀ ਹੈ ਨਾ ਕਹਿੰਦੇ ਸਾਡਾ ਭਗਵਾਨ ਸਾਨੂੰ ਨਾ ਭੁੱਲੇ ਸਰਾਪ ਅੰਤ ਪੁਨ ਦੇਹੋ ਬਤਾਈ ਫਿਰ ਇਹ ਸਰਾਪ ਜਿਹੜਾ ਦਿੱਤਾ ਇਹਦਾ ਅੰਤ ਕਿਵੇਂ ਹੋਵੇਗਾ ਉਹ ਵੀ ਦੱਸ ਦਿਓ ਹਮੇ ਆਏ ਤੁਮ ਪਗ ਸ਼ਰਣਾਈ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤਿਨ ਕੀ ਬਿਨੈ ਸ਼ਰੋਨ ਸੁਨ ਜਬ ਹੀ ਉਹਦੀ ਬੇਨਤੀ ਕਹਿੰਦੇ ਜਦੋਂ ਏਦਾਂ ਸੁਣੀ ਇਹਨਾਂ ਨੇ ਦੇਵਤਿਆਂ ਨੇ ਬੋਲੇ ਪਰਮ ਰਖੀਸ਼ਵਰ ਤਬ ਹੀ ਫਿਰ ਇਹ ਰਖੀਸ਼ਵਰ ਬੋਲੇ ਕਹਿ ਕਰ ਸਰਾਪ ਦੈਤ ਤਨ ਪਾਵਹੁ ਕਹਿਣ ਲੱਗੇ ਵੀ ਤੁਹਾਨੂੰ ਇਹ ਸਰਾਪ ਤਾਂ ਹੋ ਗਿਆ ਤੁਸੀਂ ਦਾਨਵ ਬਣੋਗੇ ਜਾਏ ਭੂਮ ਤਲ ਰਾਜ ਕਮਾਵਹੁ ਤੁਸੀਂ ਧਰਤੀ ਤੇ ਜਾ ਕੇ ਰਾਜ ਕਮਾਵੋਗੇ ਤੁਸੀਂ ਰਾਜੇ ਹੋਵੋਗੇ ਸ਼੍ਰੀ ਪ੍ਰਭ ਬਿਸ਼ਨ ਤਰਹਿ ਅਵਤਾਰਾ ਤੁਹਾਡੇ ਵੱਧ ਨਿਮਿਤ ਭਗਵਾਨ ਵਿਸ਼ਨੂੰ ਜੀ ਅਵਤਾਰ ਧਾਰਨਗੇ ਤਿਲ ਕੇ ਹੱਥ ਹੋਏ ਸੰਘਾਰਾ ਉਹਨਾਂ ਦੇ ਹੱਥੋਂ ਤੁਹਾਡੀ ਮੌਤ ਹੋਵੇਗੀ ਜਿਸ ਨਾਲ ਤੁਸੀਂ ਮੁਕਤ ਹੋਵੋਗੇ ਜਦੋਂ ਭਗਵਾਨ ਜੀ ਖੁਦ ਤੁਹਾਨੂੰ ਹੱਥੀ ਮਾਰਨਗੇ ਤੇ ਮੁਕਤ ਹੋਵੋਗੇ ਤੀਨ ਜਨਮ ਧਰ ਭੂਮ ਮਝਾਰੇ ਇਦਾਂ ਭਗਵਾਨ ਜੀ 3 ਜਨਮ ਲੈਣਗੇ ਤੁਹਾਡੇ ਨਿਮਿਤ ਉਹਨੇ ਆਵੋ ਸ਼੍ਰੀ ਪ੍ਰਭ ਦਰਬਾਰੇ ਫਿਰ ਤੁਸੀਂ ਜਦੋਂ ਮੁਕਤ ਹੋਵੋਗੇ ਮੁਕਤ ਹੋ ਕੇ ਵਾਪਸ ਭਗਵਾਨ ਵਿਸ਼ਨੂੰ ਦੇ ਦਰਵਾਜ਼ੇ ਤੇ ਆਵੋਗੇ ਬਾਤ ਲਖੀ ਜਬ ਕਮਲਾ ਕੰਤਾ ਕਹਿੰਦੇ ਏਦਾਂ ਅੰਦਰ ਭਗਵਾਨ ਵਿਸ਼ਨੂੰ ਜੀ ਨੂੰ ਜਦੋਂ ਪਤਾ ਲੱਗਾ ਵੀ ਏਦਾਂ ਬਾਹਰ ਰਿਸ਼ੀਆਂ ਵੱਲੋਂ ਸਰਾਪ ਹੋ ਗਿਆ ਦੌਰੇ ਸਭ ਤੈ ਤਜੇ ਤੁਰੰਤਾ ਉਹ ਵੀ ਦੌੜ ਕੇ ਭੱਜ ਕੇ ਆਏ ਬਾਹਰ ਪਰਮਹੰਸ ਲੇਖ ਭਗਤ ਬਿਸਾਲਾ ਦੇਖਿਆ ਕਿ ਪਰਮਹੰਸ ਅਵਸਥਾ ਦੇ ਭਗਤ ਹਨ ਕ੍ਰੋਧ ਛਿਮਾਪਨ ਤਿਨਹਿ ਕਿਰਪਾਲਾ ਭਗਵਾਨ ਜੀ ਨੇ ਆ ਕੇ ਉਹਨਾਂ ਰਿਸ਼ੀਆਂ ਨੂੰ ਸ਼ਾਂਤ ਕੀਤਾ ਭਗ ਨੰਗੇ ਆਏ ਚਲ ਦਵਾਰਾ ਨੰਗੇ ਪੈਰੀਂ ਚੱਲ ਕੇ ਆਏ ਦਰਵਾਜ਼ੇ ਤੇ ਕੇਵਲ ਜਿਨ ਕੋ ਪ੍ਰੇਮ ਪਿਆਰਾ ਜਿਨ੍ਹਾਂ ਨੂੰ ਕੇਵਲ ਆਪਣੇ ਭਗਤਾਂ ਦਾ ਪ੍ਰੇਮ ਪਿਆਰ ਹੈ ਜਦੋਂ ਭਗਵਾਨ ਜੀ ਨੂੰ ਪਤਾ ਲੱਗਾ ਵੀ ਏਦਾਂ ਮੇਰੇ ਭਗਤਾਂ ਨੂੰ ਬਾਹਰ ਰੋਕ ਲਿਆ ਦਰਵਾਜ਼ੇ
ਤੇ ਭਗਵਾਨ ਵਿਸ਼ਨੂੰ ਜੀ ਨੰਗੇ ਪੈਰੀ ਆਏ ਉਹਨਾਂ ਨੂੰ ਬਾਹਰ ਲੈਣ ਵਾਸਤੇ। अपने चरण रिखीर दिखराए ਔਰ ਫਿਰ ਆਪਣੇ ਚਰਨ ਜਿਹੜੇ ਸੀ ਰਖੀਸ਼ਰਾਂ ਨੇ ਦਿਖਾਏ। रोस सपूरन शांत कराए ਏਦਾਂ ਫਿਰ ਆ ਕੇ ਉਹਨਾਂ ਰਿਸ਼ੀਆਂ ਨੂੰ ਸ਼ਾਂਤ ਕੀਤਾ। श्याम स्वरूप अनुपम लोना ਭਗਵਾਨ ਵਿਸ਼ਨੂੰ ਦਾ ਸ਼ਾਮ ਵਰਣ ਹੈ, ਨੇਤਰ ਸੁੰਦਰ ਹਨ। प्रथन तंब जिनकी छब को ना ਜਿਨ੍ਹਾਂ ਦੇ ਬਲੀ ਕਹਿੰਦੇ ਜਾਂਘਾਂ ਹਨ ਤੇ ਛਵੀ ਬੜੀ ਸੁੰਦਰ ਹੈ। क्षुद्र घंटका बदी सुहावन ਭਗਵਾਨ ਵਿਸ਼ਨੂੰ ਦੀ ਲੱਕ ਨਾਲ ਤੜਾਗੀ ਬੱਧੀ ਹੋਈ ਬੜੀ ਸੁੰਦਰ। घर में बन माला मन पावन ਗਲ ਵਿੱਚ ਬੈਜੰਤੀ ਫੁੱਲਾਂ ਦੀ ਮਾਲਾ ਪਾਈ ਹੋਈ ਹੈ। चार पूजा में भूखन चारू ਚਾਰ ਬਾਹਾਂ ਨੇ ਤੇ ਚਾਰਾਂ ਬਾਹਾਂ ਵਿੱਚ ਆਭੂਸ਼ਣ ਧਾਰਨ ਕੀਤੇ ਹੋਏ ਨੇ। कंकन मुद्रिक अंगद तारू ਹੱਥਾਂ ਦੇ ਵਿੱਚ ਕੜੇ ਤੇ ਉਂਗਲਾਂ ਵਿੱਚ ਮੁੰਦਰੀਆਂ ਪਾਈਆਂ ਤੇ ਡੋਲਿਆਂ ਨਾਲ ਬਹੂਟੇ ਬੱਧੇ ਹੋਏ ਨੇ। उदर त्रिवली संजुत राजत ਔਰ ਪੇਟ ਦੇ ਉੱਤੇ 3 ਵਲ ਪੈਂਦੇ ਹਨ। उन्नत कंद बृखब सम छाजत ਉੱਚੇ ਮੋਢੇ ਨੇ ਜਿਵੇਂ ਬਲਦ ਦੇ ਬੈਲ ਦੇ ਹੁੰਦੇ ਐ। रुचिर चिबक मुक्ष्यान कपोलंग ਚਿਬਕ ਕਹਿੰਦੇ ਆ ਠੋਡੀ ਨੂੰ, ਠੋਡੀ ਬੜੀ ਸੁੰਦਰ ਹੈ। ਇਸੇ ਤਰ੍ਹਾਂ ਕਹਿੰਦੇ ਮੁਸ਼ਕਿਆਨ ਕਪੋਲੰਗ, ਮੁਸਕਰਾ ਰਹੇ ਨੇ, ਗੱਲਾਂ ਬੜੀਆਂ ਸੁੰਦਰ ਹਨ। जिन पर सोहत कुंडल लोलंग ਤੇ ਕੰਨਾਂ ਵਿੱਚ ਕੁੰਡਲ ਪਾਏ ਨੇ ਬੜੇ ਸੁੰਦਰ, ਜਿਨ੍ਹਾਂ ਵਿੱਚ ਕੀਮਤੀ ਮੋਤੀ ਲਟਕਦੇ ਹਨ। प्रीतम अधर दसन जन हीरंग ਔਰ ਮੂੰਹ ਵਿੱਚ ਦੰਦਾਂ ਦੀ ਮਾਲਾ ਏਦਾਂ ਜਾਪਦੀ ਹੈ ਜਿਵੇਂ ਹੀਰੇ ਚਮਕਦੇ ਹੋਣ। प्रिकुटी तनोख नास का कीरंग ਔਰ ਅੱਖਾਂ ਦੇ ਉੱਤੇ ਪਰਬੱਟੇ ਜਿਹੜੇ ਨੇ ਉਹ ਕਮਾਨ ਵਾਂਗੂ ਨੇ, ਨੱਕ ਬੜੀ ਸੁੰਦਰ ਹੈ। कुंतल ललित अलिक ऐ छोलंग ਔਰ ਵਾਲ ਕੇਸ ਭਗਵਾਨ ਵਿਸ਼ਨੂੰ ਦੇ ਬੜੇ ਸੁੰਦਰ ਕਾਲੇ ਰੰਗ ਦੇ ਕੇਸ ਹਨ। लोचन उत्पल दल छब भोलंग ਨੇਤਰਾਂ ਦੀਆਂ ਅੱਖਾਂ ਦੀਆਂ ਜਿਹੜੀਆਂ ਨਿੱਕੀਆਂ ਝਿੰਮੀਆਂ ਕਾਲੇ ਰੰਗ ਦੀਆਂ ਬੜੀਆਂ ਸੁੰਦਰ, ਬੜੀਆਂ ਸੋਹਣੀਆਂ ਪਲਕਾਂ ਹਨ। चितवन चार महा सुखकारी ਔਰ ਆਪਣੇ ਭਗਤਾਂ ਵੱਲ ਵੇਖ ਕੇ ਉਹਨਾਂ ਨੂੰ ਸੁਖ ਦਿੰਦੇ ਐ। सिर किरीट जह उपमा भारी ਔਰ ਸੀਸ ਉੱਤੇ ਬੜਾ ਸੁੰਦਰ ਮੁਕਟ ਧਾਰਨ ਕੀਤਾ ਹੋਇਆ ਹੈ। लय छतर आए प्रित पाछे ਔਰ ਸਿਰ ਦੇ ਉੱਤੇ ਛਤਰ ਹੈ, ਨਾਲ ਨੌਕਰ ਚਾਕਰ ਹਨ, ਸੇਵਕ ਹਨ। शास साम मुक्ता झालर आछे ਔਰ ਜਿਵੇਂ ਚੰਦਰਮਾ ਦੀ ਪ੍ਰਭਾ ਹੁੰਦੀ ਹੈ, ਏਦਾਂ ਮੋਤੀਆਂ ਦੀ ਪ੍ਰਭਾ ਨਜ਼ਰ ਆਉਂਦੀ ਸਰੀਰ ਤੇ। चमर चार ढोरत चहो ओरे ਔਰ ਸਿਰ ਦੇ ਉੱਤੇ ਚਬਰ ਝੁੱਲ ਰਿਹਾ ਵਿਸ਼ਨੂੰ ਜੀ ਦੇ। बिजन सुभागे आने ते दोरे ਔਰ ਇਸ ਤਰ੍ਹਾਂ ਚੱਲ ਕੇ ਆਏ ਆਪਣੇ ਭਗਤਾਂ ਦੇ ਪਾਸ। लिखियन देख दरसे अतरूरा ਕਹਿੰਦੇ ਜਦੋਂ ਰਿਸ਼ੀਆਂ ਨੇ ਆ ਕੇ ਭਗਵਾਨ ਜੀ ਦੇ ਦਰਸ਼ਨ ਕੀਤੇ, कोटिक चंद न मुख शब पूरा ਇਹੋ ਜਿਹਾ ਸੋਹਣਾ ਚੰਦਰਮਾ ਜੈਸਾ ਮੁਖੜਾ ਹੈ। अनेक भांत की उस्तत करके ਰਿਸ਼ੀਆਂ ਨੇ ਭਗਵਾਨ ਜੀ ਦੀ ਬੜੀ ਉਸਤਤੀ ਕੀਤੀ बंदल कील दंडवत पर के ਔਰ ਨਮਸਕਾਰ ਕੀਤੀ। ਡੰਡਵਤ ਮਤਲਬ ਡੰਡੇ ਵਾਂਗੂ ਡਿੱਗ ਕੇ। मन पछुताए बंद दुआ हाथा ਮਨ 'ਚ ਪਛਤਾਉਂਦੇ ਆ ਵੀ ਅਸੀਂ ਸਰਾਪ ਦੇ ਬੈਠੇ ਆ ਕਿ ਭਗਵਾਨ ਵਿਸ਼ਨੂੰ ਜੀ ਨੂੰ ਸਾਡੇ ਸਰਾਪ ਕਰਕੇ ਜਨਮ ਲੈਣਾ ਪੈਣਾ ਹੈ। ਇਸ ਗੱਲ ਦੀ ਮਨ ਦੇ ਵਿੱਚ ਇਹਨਾਂ ਰਿਸ਼ੀਆਂ ਦੇ ਚਿੰਤਾ ਵੀ ਆ ਤੇ ਫਿਕਰ ਵੀ ਹੈ। कहन लगे हे प्रभ जगन्नाथा ਬੋਲੇ हे ਪ੍ਰਭੂ ਜੀ ਸੁਣੋ, बिन अपराध श्राप हम दीना ਕਹਿੰਦੇ ਅਸੀਂ ਕੋਈ ਅਪਰਾਧ ਨਹੀਂ ਸੀ, ਇਹਨਾਂ ਨੂੰ ਸਰਾਪ ਦੇ ਦਿੱਤਾ। ਇਹਨਾਂ ਨੇ ਤਾਂ ਵਿਚਾਰਿਆਂ ਆਪਣੀ ਡਿਊਟੀ ਕੀਤੀ ਹੈ। ਇਹ ਤਾਂ ਖਲੋਤੇ ਸਨ, ਇਹਨਾਂ ਨੂੰ ਤੁਸੀਂ ਹੁਕਮ ਕੀਤਾ ਸੀ ਵੀ ਕਿਸੇ ਨੂੰ ਆਉਣ ਨਾ ਦਿਓ ਅੰਦਰ। ਇਹਨਾਂ ਨੇ ਤਾਂ ਡਿਊਟੀ ਕੀਤੀ ਖਲੋ ਕੇ, ਅਸੀਂ ਇਹਨਾਂ ਨੂੰ ਸਰਾਪ ਬਿਨਾਂ ਕਾਰਨ ਤੋਂ ਹੀ ਦੇ ਬੈਠੇ ਆ। ਇਹ ਸਾਡੇ ਕੋਲੋਂ ਭੁੱਲ ਹੋਈ ਹੈ। करहो छिमा पन आप प्रबीना हे ਭਗਵਾਨ ਜੀ ਸਾਨੂੰ क्षमा ਕਰ ਦਿਓ। सुन कर विष्ण सकल गुण खानी ਸੁਣ ਕੇ ਭਗਵਾਨ ਵਿਸ਼ਨੂੰ ਜੀ ਬੋਲੇ, मुस्कत मधुर कहत मृद बानी ਮੁਸਕਰਾ ਕੇ ਮਿੱਠੇ ਮਿੱਠੇ ਬੋਲ ਬੋਲੇ। तुमरो दोख ना या मैं कोई ਕਹਿਣ ਲੱਗੇ ਵੀ ਤੁਹਾਡਾ ਦੋਸ਼ ਨਹੀਂ ਕੋਈ ਰਿਸ਼ੀਓ। ਹਾਂਜੀ, यह सब सम्मत मेरो होई ਇਹ ਸਭ ਮੇਰੀ ਰਚੀ ਹੋਈ ਲੀਲਾ ਸੀ। ਮੈਂ ਆਪ ਹੀ ਇਹ ਸਭ ਕੁਝ ਵਰਤਾਇਆ ਸੀ, ਕਿਉਂਕਿ ਧਰਤੀ ਤੇ ਸਭ ਕੁਝ ਹੋਣਾ ਸੀ। हस कै सुंदर मंदर माही ਏਦਾਂ ਕਹਿ ਕੇ ਭਗਵਾਨ ਜੀ ਜਿਹੜਾ ਸੋਹਣਾ ਮੰਦਿਰ ਸੀ ਉਹਨਾਂ ਦਾ, दे बै सारे पिक सुख पाही ਇਹਨਾਂ ਰਿਸ਼ੀਆਂ ਨੂੰ ਉੱਥੇ ਲੈ ਕੇ ਗਏ, ਉੱਥੇ ਬਿਠਾਇਆ। यह प्रसंग सब अमरन संगा ਕਹਿੰਦੇ ਇਸ ਕਰਕੇ ਉਹ ਜਿਹੜੇ ਜੈ ਤੇ ਵਿਜੈ ਨਾਮ ਦੇ 2 ਦਰਵਾਨਚੀ ਸੀ ਨਾ ਭਗਵਾਨ ਦੇ, ਉਹ ਰਾਖਸ਼ ਬਣ ਕੇ ਦਿੱਤੀ ਦੇ ਪੇਟ ਤੋਂ ਜਨਮ ਲੈਣਗੇ। ਉਹਨਾਂ ਦਾ ਤੇਜ ਬੜਾ, ਕਿਉਂਕਿ ਉਹਨਾਂ ਨੇ ਉੱਥੇ ਭਗਵਾਨ ਜੀ ਦੀ ਸੇਵਾ ਕੀਤੀ ਹੈ।
ਉਹਦਾ ਤੇਜ ਹੁਣ ਰਾਖਸ਼ ਬਣ ਕੇ ਦੁੱਖ ਦੇਣਗੇ ਦੇਵਤਿਆਂ ਨੂੰ, ਇਹ ਤਾਂ ਸੁਭਾਵਿਕ ਸੀ। ਪਰ ਉਹਨਾਂ ਨੇ ਇਹ ਵੀ ਵਰ ਮੰਗਿਆ ਸੀ ਵੀ ਭਗਵਾਨ ਨਾ ਵਿਸਰੇ। ਹੁਣ ਭਗਵਾਨ ਉਹਨਾਂ ਨੂੰ ਪ੍ਰੇਮ ਕਰਕੇ ਚੇਤੇ ਨਹੀਂ ਆਉਣਾ, ਦੁਸ਼ਮਣੀ ਕਰਕੇ ਭਗਵਾਨ ਨੂੰ ਜ਼ਰੂਰ ਹਮੇਸ਼ਾ ਚੇਤੇ ਰੱਖਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਮੰਗ ਇਹੀ ਸੀ ਨਾ ਵੀ ਭਗਵਾਨ ਨਾ ਵਿਸਰੇ। ਦੁਸ਼ਮਣੀ ਕਰਕੇ ਵੀ ਤਾਂ ਰੱਬ ਨੂੰ ਚੇਤੇ, ਦੁਸ਼ਮਣ ਵੀ ਚੇਤੇ ਰਹਿੰਦਾ ਨਾ, ਜਿਹੜਾ ਮਿੱਤਰ ਹੋਵੇ ਉਹ ਵੀ ਚੇਤੇ ਰਹਿੰਦਾ। ਦੁਸ਼ਮਣ ਇੰਨਾ ਜ਼ਿਆਦਾ ਚੇਤੇ ਰਿਹਾ, ਕਲਗੀਧਰ ਸਵਾਮੀ ਲਿਖਦੇ ਆ ਕਿ ਹਰਨਾਕਸ਼ ਦੇ ਘਰ ਪ੍ਰਹਿਲਾਦ ਦਾ ਜਨਮ ਹੋਣਾ ਕਿਵੇਂ ਸੰਭਵ ਹੋਇਆ। ਉਹ ਦਾਨਵ ਹੈ, ਰਾਖਸ਼ ਹੈ, ਰਾਖਸ਼ ਦੇ ਘਰ ਦੇਵਤਾ ਕਿਵੇਂ ਜੰਮ ਪਿਆ ਬਈ, ਭਗਤ ਕਿਵੇਂ ਜੰਮ ਪਿਆ। ਜਦੋਂ ਘਰ ਦੇ ਵਿੱਚ ਰਾਖਸ਼ ਹੈ, ਪਿਓ ਰਾਖਸ਼ ਹੈ, ਉਹਦਾ ਕਾਰਨ ਸੀ। ਕਲਗੀਧਰ ਲਿਖਦੇ ਤਬ ਭਇਓ ਦੁਸ਼ਟ ਕੋ ਬੀਰਜ ਨਾਸ। ਕਲਗੀਧਰ ਕਹਿੰਦੇ ਕਿ ਹਰਨਾਕਸ਼ ਦਾ ਭਰਾ ਮਾਰਿਆ ਸੀ ਵਿਸ਼ਨੂੰ ਨੇ, ਹਿਰਣਾਕਸ਼ਪ ਨੂੰ ਬਰਾ ਅਵਤਾਰ ਧਾਰ ਕੇ। ਇਹਦੇ ਮਨ 'ਚ ਸੀ ਦੁਸ਼ਮਣੀ, ਤਪੱਸਿਆ ਬੜੀ ਕੀਤੀ ਹਰਨਾਕਸ਼ ਨੇ, ਦੁਸ਼ਮਣੀ ਸੀ ਕਿ ਮੈਂ ਵਿਸ਼ਨੂੰ ਨੂੰ ਮਾਰਨਾ ਜੇ ਮੈਨੂੰ ਮਿਲਿਆ। ਹਰ ਵੇਲੇ ਮਨ 'ਚ ਵਿਸ਼ਨੂੰ ਦੀ ਦੁਸ਼ਮਣੀ ਨੂੰ ਚਿਤਵਦਾ ਰਹਿੰਦਾ ਵੀ ਮੇਰਾ ਦੁਸ਼ਮਣ ਵਿਸ਼ਨੂੰ ਹੈ। ਕਹਿੰਦੇ ਜਿਸ ਵਕਤ ਇਹ ਆਪਣੀ ਇਸਤਰੀ ਦੇ ਨਾਲ ਸੰਬੰਧ ਪੈਦਾ ਕਰ ਰਿਹਾ ਸੀ, ਇਹਦੇ ਮਨ ਵਿੱਚ ਉਸ ਵੇਲੇ ਵਿਸ਼ਨੂੰ ਦੀ ਚਿਤਵਨੀ ਚੱਲੀ, ਬਿੰਦ ਗਿਰਿਆ। ਉਹ ਵਿਸ਼ਨੂੰ ਦੀ ਚਿਤਵਨੀ ਕਰਕੇ ਜਿਸ ਵੇਲੇ ਬਿੰਦ ਗਿਰਿਆ, ਉਸ ਟਾਈਮ ਉਹਦਾ ਅਸਰ ਹੋਇਆ ਕਿ ਵਿਸ਼ਨੂੰ ਦਾ ਚਿੰਤਨ ਸੀ, ਇਸ ਕਰਕੇ ਭਗਤ ਦਾ ਜਨਮ ਹੋਇਆ, ਭਗਤ ਮਾਤਾ ਦੇ ਉਦਰ ਦੇ ਵਿੱਚ ਪ੍ਰਵੇਸ਼ ਹੋਇਆ। ਭਾਵੇਂ ਦੁਸ਼ਮਣੀ ਭਾਵ ਨਾਲ ਚਿਤਵਿਆ, ਵਿਸ਼ਨੂੰ ਨੂੰ ਦੁਸ਼ਮਣੀ ਭਾਵ ਨਾਲ ਚੇਤੇ ਕੀਤਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਇਹ ਸਾਰੀ ਲੀਲਾ, ਇਹ ਸਾਰੀ ਵਿਧ ਉਸ ਵੇਲੇ ਬਣੀ। ਤੋ ਬ੍ਰਹਮਾ ਜੀ ਨੇ ਸਾਰੀ ਕਹਾਣੀ ਜਿਹੜੀ ਪੁਰਾਣਾਂ ਦੀ ਲਿਖੀ ਹੋਈ ਉਹ ਸੁਣਾਈ ਉਹਨਾਂ ਦੇਵਤਿਆਂ ਨੂੰ ਵੀ ਇਹ ਉਹ ਦੋ ਦਾਨਵ ਉਹ ਨੇ ਜਿਹੜੇ ਜਨਮਣੇ ਨੇ ਦਿੱਤੀ ਦੇ ਉਦਰ ਤੋਂ ਕਸ਼ਯਪ ਰਿਸ਼ੀ ਦੇ ਘਰ ਵਿੱਚ, ਜਿਹੜੇ ਵਿਸ਼ਨੂੰ ਭਗਵਾਨ ਦੇ ਦਰਵਾਜ਼ੇ ਤੇ ਦੋਵੇਂ ਦਰਬਾਨਚੀ ਸਨ। ਵਿਦ ਹੈ ਸੁਨਾਇਓ ਸਹਿਤ ਉਮੰਗਾ। ਬ੍ਰਹਮਾ ਨੇ ਉਹ ਸਾਰੀ ਕਹਾਣੀ ਜਿੰਨੇ ਉਹ ਦੇਵਤੇ ਸੀ ਉਹਨਾਂ ਨੂੰ ਸੁਣਾਈ। ਦਿੱਤੀ ਗਰਭ ਮੈਂ ਲਖੀਏ ਸੋ। ਕਹਿੰਦੇ ਜਿਹੜੇ ਉਹ ਦਿੱਤੀ ਦੇ ਪੇਟ ਦੇ ਵਿੱਚ ਨੇ ਉਹ ਜੈ ਤੇ ਵਿਜੈ ਨਾਮ ਦੇ ਜਿਹੜੇ ਦੋ ਦਰਬਾਨਚੀ ਨੇ ਉਹੀ ਹਨ। ਮੋਤੇ ਹੋਤੇ ਉਪਾਏ ਨਾ ਕੋ। ਬ੍ਰਹਮਾ ਜੀ ਕਹਿੰਦੇ ਹੁਣ ਮੇਰੇ ਕੋਲੋਂ ਕੋਈ ਉਪਾਅ ਨਹੀਂ ਜੇ ਉਹਨਾਂ ਦਾ ਹੋਣਾ, ਉਹਨਾਂ ਨੂੰ ਤਾਂ ਹੁਣ ਭਗਵਾਨ ਵਿਸ਼ਨੂੰ ਨੇ ਹੀ ਮਾਰਨਾ ਜਦੋਂ ਸਮਾਂ ਆਵੇਗਾ। ਤੁਮ ਨਾ ਡਰੋ ਸ਼੍ਰੀਪਤ ਭਗਵਾਨਾ। ਇਸ ਕਰਕੇ ਤੁਸੀਂ ਡਰੋ ਨਾ, ਮਨ 'ਚ ਭੈ ਭੀਤ ਨਾ ਹੋਵੋ। ਉਹਨਾਂ ਦਾ ਵੀ ਪ੍ਰਬੰਧ ਪਹਿਲਾਂ ਹੀ ਬਣਿਆ, ਕਿਉਂਕਿ ਜਨਮ ਤੋਂ ਪਹਿਲਾਂ ਪਰਮੇਸ਼ਰ ਨੇ ਮਰਨਾ ਸੁਨਿਸ਼ਚਿਤ ਕੀਤਾ ਹੁੰਦਾ। ਇਹ ਪਹਿਲਾਂ ਹੀ ਸਾਰੀ ਲੀਲਾ ਰਚੀ ਹੁੰਦੀ ਹੈ। ਕਰ ਹੈ ਸਰਬ ਕੇਰ ਕਲਿਆਣਾ। ਉਹ ਵਿਸ਼ਨੂੰ ਜੀ ਤੁਹਾਡੀ ਸਾਰਿਆਂ ਦੀ ਕਲਿਆਣ ਕਰਨਗੇ। ਸੁਨ ਕਰ ਸ਼ੰਕਤ ਜੀ ਸੁਰ ਸਭ ਹੀ। ਇਹ ਸੁਣ ਕੇ ਦੇਵਤਿਆਂ ਨੇ ਸ਼ੰਕਾ ਛੱਡ ਦਿੱਤਾ ਵੀ ਇਹ ਤਾਂ ਹੁਣ ਜੋ ਹੋਣਾ ਸੀ ਹੋਏ ਕੇ ਹੀ ਰਹੇਗਾ। ਪਰ ਮਨ 'ਚ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਭਗਵਾਨ ਵਿਸ਼ਨੂੰ ਜੀ ਇਹ ਸਾਰਾ ਮਸਲਾ ਨਿਬੇੜਨਗੇ। ਨਿਜ ਨਿਜ ਲੋਕ ਗਏ ਚੱਲ ਤਬ ਹੀ। ਇਹ ਚੱਲ ਕੇ ਆਪੋ ਆਪਣੇ ਲੋਕ ਨੂੰ ਟੁਰ ਗਏ। ਪਰਖ ਸਤ ਗਰਭ ਧਰਿਓ ਜਬ। ਇਧਰ ਦਿੱਤੀ ਦੇ ਉਦਰ ਦੇ ਵਿੱਚ ਲੰਮੇ ਸਮੇਂ ਤੱਕ ਇਹ ਗਰਭ ਰਿਹਾ। ਜਨਮ ਕਾਲ ਉਤਪਾਤ ਭਏ ਤਬ। ਕਹਿੰਦੇ ਜਦੋਂ ਇਹਨਾਂ ਦਾਨਵਾਂ ਦਾ ਜਨਮ ਹੋਇਆ ਬੜੇ ਉਤਪਾਤ ਹੋਏ, ਉਪਦਰਵ ਹੋਏ। ਤੀਨ ਲੋਕ ਮੈਂ ਸ਼ਬਦ ਬਿਸਾਲਾ। ਕਹਿੰਦੇ ਇਹਨਾਂ ਦਾ ਜਨਮ ਹੋਣ ਵੇਲੇ ਜਦੋਂ ਇਹ ਰੋਏ ਨਾ ਦੋਵੇਂ ਜਣੇ, ਇੰਨਾ ਭਿਆਨਕ ਰੁਦਨ ਕੀਤਾ ਕਿ ਤਿੰਨਾਂ ਲੋਕਾਂ ਦੇ ਵਿੱਚ ਇਹਨਾਂ ਦੇ ਰੁਦਨ ਦੀ ਆਵਾਜ਼ ਨਾਲ ਤਿੰਨ ਲੋਕ ਕੰਬ ਗਏ। ਅਤਸ਼ੈ ਜਹ ਤੈ ਆਵ ਪੁਚਾਲਾ। ਭੁਚਾਲ ਆ ਗਿਆ, ਧਰਤੀ ਹਿੱਲਣ ਲੱਗ ਪਈ। ਦਿਸ਼ਾ ਤਪਤ ਜਨ ਦਵ ਵੱਡ ਲਾਗਾ। ਔਰ ਕਹਿੰਦੇ ਸੂਰਜ ਤਪਣ ਲੱਗਾ, ਮਾਨੋ ਜਿਵੇਂ ਅੱਗ ਲੱਗ ਗਈ ਹੋਵੇ, ਜੰਗਲਾਂ 'ਚ ਅੱਗ ਲੱਗ ਗਈ। ਉਲਕਾ ਪਾਤ ਅਗਨ ਜਿਮ ਜਾਗਾ। ਮਾਨੋ ਜਿਵੇਂ ਉਲਕਾ ਪਾਤ ਡਿੱਗਦੇ ਹੋਣ ਆਕਾਸ਼ ਵਿੱਚੋਂ ਅੱਗ ਦੇ। ਉਦੈ ਕੇਤ ਪਾ ਅਧਿਕ ਅੰਧੇ। ਕਹਿੰਦੇ ਅੰਧਕਾਰ ਹੀ ਇੱਕ ਵਾਰੀ ਮਚ ਗਿਆ। ਰਵ ਸ਼ਸ਼ ਪਰ ਵੇਖ ਕਨੇਰਾ। ਸੂਰਜ ਤੇ ਚੰਦਰਮਾ ਵੀ ਢੱਕੇ ਗਏ। ਬਿਨ ਘਨ ਗਰਜਤ ਹੈ ਵੱਡ ਜੋਰਾ। ਬਿਨਾਂ ਬੱਦਲਾਂ ਤੋਂ ਬੱਦਲ ਗਰਜਣ ਲੱਗੇ। ਸਿਵਾ ਸਵਾਨ ਖਰ ਬੋਲਤ ਘੋਰਾ। ਕਹਿੰਦੇ ਲੂੰਬੜੀਆਂ ਕੁੱਤੇ ਤੇ ਗਿੱਧਾਂ ਬੋਲਣ ਲੱਗੇ। ਵਹੀ ਪ੍ਰਚੰਡ ਵਾਯੂ ਦੁਖਕਾਰੀ। ਬੜੀ ਦੁੱਖ ਦੇਣ ਵਾਲੀ ਪ੍ਰਚੰਡ ਹਵਾ ਚੱਲਣ ਲੱਗੀ। ਜੜ ਤੇ ਉਖਰ ਜਾਹੇ ਤਰ ਭਾਰੀ। ਇੰਨੀ ਤੇਜ਼ੀ ਨਾਲ ਹਨੇਰੀ ਚੱਲੀ
ਕਿ ਦਰਖਤ ਜੜ੍ਹਾਂ ਤੋਂ ਪੁੱਟੇ ਗਏ। ਘੋਰ ਸ਼ਬਦ ਸੁਨ ਸਰਬ ਬਿਹੰਗਾ, ਇਹ ਘੋਰ ਭਿਆਨਕ ਸ਼ਬਦ ਜਦੋਂ ਪੰਛੀਆਂ ਨੇ ਸੁਣਿਆ, ਗਿਰਹਿ ਨਿਡੈ ਤੇ ਜਨ ਹੋਇ ਭੱਗਾ। ਉਹ ਵੀ ਭੱਜੇ ਫਿਰਦੇ, ਸੱਜੇ ਖੱਬੇ ਉੱਡੇ ਫਿਰਦੇ ਡਰ ਕੇ। ਕਾਨਨ ਕੀ ਪਸ ਭਏ ਦੁਖਾਰੇ, ਜੰਗਲ ਵਿੱਚ ਜਿਹੜੇ ਜਾਨਵਰ ਸਨ ਉਹ ਵੀ ਦੁਖੀ ਹੋ ਰਹੇ ਨੇ। ਭੈ ਕਰ ਮੂਤਰ ਮਲਾਦਿਕ ਡਾਰੇ, ਐ ਕਰਕੇ ਆਪਣੇ ਸਰੀਰ ਦੀ ਕਿਰਿਆ ਕਰ ਰਹੇ ਨੇ। ਧਰ ਪਰ ਧਾਰਾ ਧਰ ਪੁੰਧਾਰੀ, ਧਰਤੀ ਦੇ ਉੱਤੇ ਕਹਿੰਦੇ ਪਹਾੜ ਵੀ ਡਿੱਗਣ ਲੱਗੇ, ਡਗਮਗਾਉਣ ਲੱਗੇ। ਸ਼ਰਵ ਹੈ ਸਥਨ ਗੋਸ਼ ਰੋਣਿਤ ਸਾਰੀ। ਔਰ ਕਹਿੰਦੇ ਧਰਤੀ ਦੇ ਉੱਤੇ ਗਊਆਂ ਦਾ ਦੁੱਧ ਜਿਹੜਾ ਸੀ ਆਪਣੇ ਆਪ ਹੀ ਉਹ ਖੂਨ ਦੇ ਰੂਪ ਚ ਮਾਨੋ ਜਿਵੇਂ ਤਬਦੀਲ ਹੋ ਗਿਆ ਹੋਵੇ। ਸਰਬ ਅਮੰਗਲ ਪਿਖ ਪੈ ਕਾਰੇ, ਸਾਰੇ ਪਾਸੇ ਅਮੰਗਲ ਹੀ ਅਮੰਗਲ, ਬੜਾ ਡਰਾਉਣਾ ਮਾਹੌਲ ਬਣ ਗਿਆ। ਪ੍ਰਲੈ ਕਾਲ ਮਨੁਜ ਵਿਚਾਰੇ, ਔਰ ਪਰਲਾ ਕਾਲ ਲੋਕਾਂ ਨੇ ਸਮਝਿਆ ਵੀ ਬਸ ਹੁਣ ਪਰਲਾ ਹੋਵੇਗੀ। ਮਹਾ ਤਰਾਸ ਭਾ ਪ੍ਰਜਾ ਮਝਾਰੀ, ਸਾਰੀ ਪ੍ਰਜਾ ਚ ਬੜਾ ਡਰ ਤੇ ਭੈ ਹੋਇਆ। ਜਨਮੇ ਦੈਤ ਦੇਹ ਜਿਨ ਭਾਰੀ, ਬੜੇ ਭਾਰੇ ਸਰੀਰਾਂ ਵਾਲੇ ਦਾਨਵ ਪੈਦਾ ਹੋਏ। ਹੋਰਨ ਦਿਲ ਮੈਂ ਵਧਿਓ ਸਰੀਰਾ, ਥੋੜੇ ਹੀ ਦਿਨਾਂ ਚ ਇਹਨਾਂ ਦੇ ਸਰੀਰ ਵੱਧ ਗਏ। ਨਭ ਲੋ ਮੁਕਟ ਭਏ ਵੱਡ ਬੀਰਾ, ਬੜੇ ਬੜੇ ਵਿਸ਼ਾਲ ਸਰੀਰ ਕਾਇਆ ਦਾ ਇਹਨਾਂ ਦੇ ਹੋਏ। ਹਿਰੰ ਨਾਚ ਧਰ ਗਦਾ ਸੰਕਧੂ, ਤੇ ਕਹਿੰਦੇ ਹਿਰਣਾ ਕਸ਼ਯਪ ਪੈਦਾ ਹੋਇਆ, ਹਰਨਾਕਸ਼ ਪੈਦਾ ਹੋਇਆ। ਕੀਨ ਦਿਗ ਪਿਜੈ ਭਾਮਤ ਅੰਧੂ, ਇਹਨਾਂ ਨੇ ਸਾਰੀਆਂ ਦਿਸ਼ਾਵਾਂ ਜਿੱਤਣੀਆਂ ਸ਼ੁਰੂ ਕਰ ਦਿੱਤੀਆਂ। ਹੰਕਾਰ ਦੇ ਵਿੱਚ ਅੰਨੇ ਹੋ ਗਏ। ਜਿਉ ਖਗੇਸ਼ ਤੇ ਇਹ ਪੈ ਮਾਨੇ, ਕਹਿੰਦੇ ਜਿਵੇਂ ਗਰੜ ਤੋਂ ਜਿੰਨੇ ਸੱਪ ਨੇ ਭੈ ਮੰਨਦੇ ਨੇ, ਡਰ ਮੰਨਦੇ ਨੇ, ਤਿਉ ਰਣ ਤਜ ਸੂਰ ਸਰਬ ਭਲਾਨੇ। ਏਦਾਂ ਦੇਵਤੇ ਇਹਨਾਂ ਤੋਂ ਡਰਨ ਲੱਗ ਪਏ। ਦੇਵਤੇ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ। ਜਬ ਹੈ ਨਿਪੁੰਸਕ ਅਮਰ ਨਿਹਾਰੇ, ਜਦੋਂ ਦੇਵਤੇ ਕਾਇਰ ਬਣ ਕੇ ਲੁਕ ਗਏ, ਕਰ ਜਿਉ ਘੋਰ ਗਰਭ ਉਰ ਧਾਰੇ। ਇਹ ਫਿਰ ਘੋਰ ਹੰਕਾਰ ਦੇ ਵਿੱਚ ਗਰਜੇ। ਕਰ ਧਰ ਗਦਾ ਉਦਦ ਮਹਿ ਗਵਨਾ, ਮੋਢਿਆਂ ਤੇ ਗਦਾ ਧਾਰਨ ਕਰਕੇ ਫਿਰਦੇ ਜੰਗਲ ਵਿੱਚ, ਸਮੁੰਦਰ ਵਿੱਚ। ਭਇਓ ਬਰੁਣ ਕੋ ਜੇਠਾ ਭਵਨਾ, ਜਿੱਥੇ ਵਰਣ ਦੇਵਤਾ ਦਾ ਘਰ ਸੀ ਉੱਥੇ ਪਹੁੰਚ ਗਏ। ਕਹਿਣ ਲਗਿਓ ਤੁਮ ਸੂਰ ਕਹਾਵੋ, ਜਾ ਕੇ ਵਰਣ ਦੇਵਤਾ ਨੂੰ ਕਹਿੰਦੇ ਹੋ ਤੂੰ ਸੂਰਮਾ ਕਹੋ ਨਾ, ਹਮ ਸੋ ਉਠ ਕਰ ਜੁੱਧ ਮਚਾਵੋ। ਉੱਠ ਸਾਡੇ ਨਾਲ ਯੁੱਧ ਕਰ। ਸੁਣਿਓ ਕਾਲ ਮੈਂ ਹੋ ਬਲ ਭਾਰੀ, ਸੁਣਿਆ ਤੂੰ ਬੜਾ ਬਲੀ ਹੈ। ਪੂਰਬ ਜੀਤੇ ਤੋਹੇ ਸੁਰਾਰੀ। ਮੈਂ ਤੇਰੇ ਤੋਂ ਪਹਿਲਾਂ ਤੇਰੇ ਜਿੰਨੇ ਸਾਥੀ ਦੇਵਤੇ ਨੇ ਜਿੱਤ ਲਏ ਨੇ। ਸੁਨ ਕਰ ਬਰੁਣ ਕਹੀ ਅਸ ਬਾਨੀ, ਸੁਣ ਕੇ ਅੱਗੋਂ ਵਰਣ ਦੇਵਤਾ ਬੋਲਿਆ, ਮੈਂ ਨਹਿ ਤੇਰੇ ਜੋਰ ਸਮਾਨੀ। ਕਹਿੰਦਾ ਜੀ ਮੈਂ ਨਹੀਂ ਲੜ ਸਕਦਾ, ਤੇਰੇ ਬਰਾਬਰ ਮੇਰੇ ਕੋਲ ਜ਼ੋਰ ਨਹੀਂ। ਤੁਝੈ ਜੁੱਧ ਮੈਂ ਤੋਖਨ ਹਾਰੂ, ਮੈਂ ਤੈਨੂੰ ਯੁੱਧ 'ਚ ਸੰਤੁਸ਼ਟ ਨਹੀਂ ਕਰ ਸਕਦਾ। ਬਿਨ ਪਦਮਾਪਤ ਕੋ ਨ ਨਿਹਾਰੂ। ਤੈਨੂੰ ਜੇ ਕੋਈ ਯੁੱਧ 'ਚ ਸੰਤੁਸ਼ਟ ਕਰ ਸਕਦਾ ਤਾਂ ਉਹ ਭਗਵਾਨ ਵਿਸ਼ਨੂੰ ਹੈ। ਉਹ ਤੇਰੇ ਨਾਲ ਲੜ ਕੇ ਤੈਨੂੰ ਯੁੱਧ 'ਚ ਸ਼ਾਂਤ ਕਰ ਸਕਦਾ ਹੈ। ਜਾ ਹੋਰ ਸਾਤਲ ਮਿਦ ਤੁਧ ਤਾਈ, ਤੇ ਤੂੰ ਜੇ ਰਸਾਤਲ 'ਚ ਚਲਾ ਜਾਵੇਂ ਪਤਾਲ ਵਿੱਚ, ਮਨ ਹੈ ਠਾਨ ਵਿਸਾਲ ਲੜਾਈ। ਉੱਥੇ ਲੜ ਜਾ ਕੇ ਉੱਥੇ ਵਿਸ਼ਾਲ ਲੜਾਈ ਹੋਵੇਗੀ ਤੇਰੀ। ਕੀਤੀ ਕਥਾ ਇਹ ਲਖ ਮਰਦਾਨੇ, ਮਰਦਾਨਿਆਂ ਆਹ ਕਥਾ ਲਿਖੀ ਨਾ ਦਾਨਵਾਂ ਦੀ ਪੁਰਾਣਾ ਵਿੱਚ, ਗੁਰੂ ਨਾਨਕ ਸਾਹਿਬ ਕਹਿੰਦੇ ਆਹ ਕਥਾ ਏਦਾਂ ਇਹਨਾਂ ਰਾਖਸ਼ਾਂ ਦੀ ਲਿਖੀ ਹੋਈ ਆ ਪੁਰਾਣਾ ਵਿੱਚ। ਅਬ ਸੁਨ ਜਿਉ ਬਰਾਹ ਪ੍ਰਗਟਾਨੇ, ਹੁਣ ਇਹ ਤੇ ਸੀ ਦਾਨਵ। ਹੁਣ ਬਰਾਹ ਕਿਵੇਂ ਪੈਦਾ ਹੋਇਆ? ਹਰਨਾਕਸ਼ ਨੂੰ ਮਾਰਨ ਲਈ ਨਰ ਸਿੰਘ ਜੀ ਕਿਵੇਂ ਪੈਦਾ ਹੋਏ? ਉਹ ਵੀ ਪੁਰਾਣਾ ਵਿੱਚ ਲਿਖਿਆ ਹੋਇਆ। ਮਹਾਰਾਜ ਜੀ ਕਹਿੰਦੇ ਉਹ ਵੀ ਤੁਹਾਨੂੰ ਦੱਸਦੇ ਹਾਂ। ਕੱਛ ਮੱਛ ਬਰਾਹ ਅਵਤਾਰਾ, ਇਹ ਸਾਰੇ ਅਵਤਾਰ ਨੇ ਵਿਸ਼ਨੂੰ ਭਗਵਾਨ ਦੇ। ਤੋ ਇਹ ਕਿਵੇਂ ਅਵਤਾਰ ਹੋਇਆ ਬਰਾਹ ਦਾ? ਕਿਵੇਂ ਉਹਨੇ ਫਿਰ ਹਿਰਣਾ ਕਸ਼ਯਪ ਨਾਲ ਜੰਗ ਕੀਤਾ? ਉਹ ਲੜਾਈ ਕਿਵੇਂ ਹੋਈ? ਮਹਾਰਾਜ ਜੀ ਕਹਿੰਦੇ ਮਰਦਾਨਿਆਂ ਤੈਨੂੰ ਉਹ ਵੀ ਦੱਸ ਦਿੰਨੇ ਆ ਪੁਰਾਣਾ ਚ ਜਿਵੇਂ ਲਿਖਿਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਕਰਦਿਆਂ, ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ। ਨੌ ਨਿਦ ਆਵੈ ਤਾਏ, ਕਰ ਨੌ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।